ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 345 ਤੇ ਅਖੀਰਲੀਆਂ ਦੋ ਪੰਕਤੀਆਂ। 345 ਅਖੀਰਲੀਆਂ ਦੋ ਪੰਕਤੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਭਾਵ ਨਿਰਗੁਣ, ਓੰਕਾਰ ਭਾਵ ਸਰਗੁਣ। ਨਿਰਗੁਣ ਦਾ ਮਤਲਬ ਹੈ ਉਹ ਜਿਹੜਾ ਇਹਨਾਂ ਅੱਖਾਂ ਨਾਲ ਵਿਖਾਈ ਨਾ ਦੇਵੇ। ਸਰਗੁਣ ਉਹ ਹੁੰਦਾ ਜਿਹੜਾ ਅੱਖਾਂ ਨਾਲ ਵਿਖਾਈ ਦੇਵੇ। ਵੀ ਪਰਮਾਤਮਾ ਨਿਰਗੁਣ ਵੀ ਹੈ ਅਤੇ ਸਰਗੁਣ ਵੀ ਹੈ। ਉਹਨੂੰ ਕਹਿੰਦੇ ਇੱਕ ਓੰਕਾਰ। ਉਹ ਪਰਮਾਤਮਾ ਜੋ ਨਿਰਗੁਣ ਵੀ ਹੈ ਅਤੇ ਸਰਗੁਣ ਵੀ ਹੈ, ਸਤਿਗੁਰ ਪ੍ਰਸਾਦ। ਪ੍ਰਸਾਦ ਹਿੰਦੀ ਦਾ ਸ਼ਬਦ ਹੈ ਕਿਰਪਾ, ਦੱਦਣ ਸਹਿਰੀ ਲਈ ਕਿਰਪਾ ਨਾਲ। ਜਿਹੜਾ ਇੱਕ ਓੰਕਾਰ ਹੈ ਜੋ ਪਰਮਾਤਮਾ ਹੈ, ਉਹ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਗੌੜੀ ਬੈਰਾਗਣ ਰਵਿਦਾਸ ਜੀਓ। ਜਿਹੜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ, ਇਹ ਵਾਰੀ ਵਾਰੀ ਲਿਖੇ ਗਏ ਗੁਰੂ ਗ੍ਰੰਥ ਸਾਹਿਬ ਜੀ। ਸਿਰਫ ਸਿੱਖ ਨੂੰ ਦ੍ਰਿੜਾਉਣ ਨਾਲ, ਦ੍ਰਿੜ ਕਰਨ ਨਾਲ ਕਿ ਤੇਰੇ ਆਪਣੇ ਯਤਨਾਂ ਨਾਲ ਪਰਮਾਤਮਾ ਨਹੀਂ ਮਿਲਣਾ, ਜਿੰਨਾ ਚਿਰ ਗੁਰੂ ਮਹਾਰਾਜ ਕਿਰਪਾ ਨਹੀਂ ਕਰਦੇ। ਕਿਉਂਕਿ ਜੇ ਅਸੀਂ ਆਪਣੇ ਯਤਨ ਨਾਲ ਰੱਬ ਪ੍ਰਾਪਤ ਕਰਦੇ, ਫਿਰ ਸਾਡੇ ਅੰਦਰ ਹਉਮੈ ਪੈਦਾ ਹੋ ਜਾਣੇ ਸੀ। ਫਿਰ ਜਦੋਂ ਹਉਮੈ ਹੁੰਦੀ ਹੈ, ਫਿਰ ਪਰਮਾਤਮਾ ਮਿਲਦਾ ਨਹੀਂ ਹੈਗਾ। ਹਉਮੈ ਸਾਨੂੰ ਕਿਸੇ ਚੀਜ਼ ਤੋਂ, ਕਿਸੇ ਗੁਣ ਤੋਂ, ਕਿਸੇ ਗੱਲ ਤੋਂ ਹਉਮੈ ਹੁੰਦੀ ਹੈ। ਮਾਇਆ ਤੋਂ, ਕਾਸੇ ਤੋਂ ਹੋ ਸਕਦੀ ਹੈ। ਸੁੰਦਰ ਸਰੀਰ ਹੈ, ਇਸ ਤੋਂ ਹਉਮੈ ਹੋ ਸਕਦੀ ਹੈ। ਪਰਮਾਤਮਾ ਕਹਿੰਦਾ ਜੇ ਸੁੰਦਰ ਸਰੀਰ ਦੀ ਤੂੰ ਹਉਮੈ ਕਰਦਾ ਨਾ, ਇਹ ਤੇ ਮੈਂ ਤੈਨੂੰ ਸੁੰਦਰ ਸਰੀਰ ਦਿੱਤਾ, ਮੇਰੀ ਚੀਜ਼ ਤੇ ਤੂੰ ਕਾਹਦਾ ਹੰਕਾਰ ਕਰਦਾ ਵੀ। ਜੇ ਤੇਰੇ ਕੋਲ ਮਾਇਆ ਹੈ, ਇਹ ਤੇ ਮੈਂ ਦਿੱਤੀ ਹੈ ਤੈਨੂੰ। ਮੈਂ ਤੈਨੂੰ ਮਾਇਆ ਕਮਾਉਣ ਦੇ ਯੋਗ ਬਣਾਇਆ, ਤਾਂ ਤੂੰ ਮਾਇਆ ਕਮਾਈ। ਜੇ ਮੈਂ ਤੈਨੂੰ ਯੋਗ ਹੀ ਨਾ ਬਣਾਉਂਦਾ, ਫਿਰ ਕਿਵੇਂ ਕਮਾ ਲੈਂਦਾ ਵੀ। ਇਸ ਲਈ ਪਰਮਾਤਮਾ ਨੂੰ ਸਭ ਤੋਂ ਭੈੜੀ ਜੇ ਗੱਲ ਲੱਗਦੀ, ਉਹ ਹੰਕਾਰ ਲੱਗਦੀ। ਉਹ ਕਹਿੰਦਾ ਹੇ ਇਨਸਾਨ, ਜੋ ਕੁਝ ਵੀ ਤੇਰੇ ਕੋਲ ਹੈ, ਈਵਨ ਤੇਰਾ ਜਿਹੜਾ ਸਰੀਰ ਹੈ, ਉਹ ਵੀ ਤੇਰਾ ਨਹੀਂ ਹੈ, ਉਹ ਵੀ ਮੈਂ ਦਿੱਤਾ ਹੋਇਆ। ਜੋ ਕੁਝ ਵੀ ਤੇਰੇ ਕੋਲ ਹੈ, ਪਰਮਾਤਮਾ ਕਹਿੰਦਾ ਇਹ ਮੈਂ ਦਿੱਤਾ ਹੋਇਆ, ਅਤੇ ਮੇਰੀ ਦਿੱਤੀ ਚੀਜ਼ 'ਤੇ ਤੇਰਾ ਅਧਿਕਾਰ ਹੰਕਾਰ ਕਰਨ ਦਾ ਕੋਈ ਮਤਲਬ ਹੀ ਨਹੀਂ ਹੈ। ਹੰਕਾਰ ਕਰੀਦਾ ਆਪਣੀ ਚੀਜ਼ 'ਤੇ, ਆਪਣੀ ਹੈ ਹੀ ਕੋਈ ਨਹੀਂ। ਤਾਂ ਵਾਰੀ ਵਾਰੀ ਦ੍ਰਿੜ ਕਰਾਇਆ ਵੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵੀ ਪਰਮਾਤਮਾ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਗੌੜੀ ਬੈਰਾਗਣ ਰਵਿਦਾਸ ਜੀਓ। ਰਾਗ ਦਾ ਨਾਂ ਹੈ ਗੌੜੀ ਬੈਰਾਗਣ। ਬਾਣੀ ਕਿਹਦੀ ਹੈ? ਰਵਿਦਾਸ ਜੀਓ, ਰਵਿਦਾਸ ਜੀ ਦੀ ਬਾਣੀ। ਘਾਟ ਅਬ ਘਟ ਡੂੰਗਰ ਕਣਾ, ਇਹਨੂੰ ਡੂੰਗਰ ਪੜ੍ਹਨਾ। ਡੂੰਗਰ ਪਹਾੜੀ ਨੂੰ ਕਹਿੰਦੇ ਨੇ। ਘਾਟ ਹੁੰਦਾ ਰਸਤਾ, ਅਬ ਘਟ ਮੈਨੇ ਔਖਾ, ਡੂੰਗਰ ਮੈਨੇ ਪਹਾੜੀ, ਘਣਾ ਮੈਨੇ ਬਹੁਤ ਜ਼ਿਆਦਾ, ਇੱਕ ਨਿਰਗੁਣ ਬੈਲ ਹਮਾਰ। ਨਿਰਗੁਣ ਇੱਕ ਤਾਂ ਹੁੰਦਾ ਜਿਹੜਾ ਦਿਖਾਈ ਨਾ ਦੇਵੇ, ਇੱਥੇ ਨਿਰਗੁਣ ਤੋਂ ਭਾਵ ਹੈ ਬਿਨਾਂ ਗੁਣ ਤੋਂ। ਬੈਲ ਤੋਂ ਇੱਥੇ ਭਾਵ ਹੈ ਮੇਰਾ ਸਰੀਰ, ਹਮਾਰ ਮੈਨੇ ਮੇਰਾ। ਕਹਿੰਦੇ ਇੱਕ ਤਾਂ ਜਿਹੜਾ ਰਸਤਾ ਹੈ ਪਹਾੜੀ ਹੈ ਅਤੇ ਔਖਾ ਹੈ। ਮੇਰਾ ਜਿਹੜਾ ਸਰੀਰ ਰੂਪੀ ਬੈਲ ਹੈ, ਇਹ 'ਚ ਗੁਣ ਕੋਈ ਨਹੀਂ ਹੈਗੇ ਵਿਚਾਰੇ 'ਚ। ਰਮਈਏ ਸਿਉਂ ਇੱਕ ਬੇਨਤੀ ਮੇਰੀ, ਕਿ ਰਮਈਏ ਪਰਮਾਤਮਾ ਨੂੰ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਰਮਈਆ ਨੂੰ ਕਹਿੰਦੇ ਨੇ ਜਿਹੜਾ ਸਾਰਿਆਂ 'ਚ ਰਮਿਆ, ਸਾਰਿਆਂ 'ਚ ਵਸਦਾ ਹੈ। ਜੇ ਮਹਾਤਮਾ ਗਾਂਧੀ ਹਮੇਸ਼ਾ ਰਾਮ 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 ਕਰਦੇ ਰਹਿੰਦੇ ਸੀ। ਕਿਸੇ ਨੇ ਮਹਾਤਮਾ ਗਾਂਧੀ ਨੂੰ ਪੁੱਛਿਆ ਵੀ ਤੁਸੀਂ ਕਿਹੜੇ ਰਾਮ ਦਾ ਨਾਮ ਜਪਦੇ ਹੋ? ਰਾਮ ਚੰਦਰ ਦਾ ਜਪਦੇ ਹੋ ਕਿ ਰਾਮ ਜੋ ਪਰਮਾਤਮਾ ਦਾ ਜਪਦੇ ਹੋ? ਕਹਿੰਦੇ ਮੈਂ ਉਸ ਦਾ ਜਾਪ ਕਰਦਾ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਪਰਮਾਤਮਾ।
ਸੋ ਕਹਿੰਦੇ ਮੇਰਾ ਜਿਹੜਾ ਰਸਤਾ ਹੈ ਘਟ ਅਬ ਘਟ ਉਹ ਬਹੁਤ ਔਖਾ ਹੈ, ਡੂੰਗਰ ਪਹਾੜੀ ਹੈ, ਘਣਾ ਬਹੁਤ ਜ਼ਿਆਦਾ ਹੈ। ਇੱਕ ਨਿਰਗੁਣ ਬੈਲ ਹਮਾਰਤ, ਜਿਹੜਾ ਮੇਰਾ ਬੈਲ ਹੈ, ਜਿਹੜਾ ਮੇਰਾ ਸਰੀਰ ਰੂਪੀ ਬੈਲ ਹੈ, ਇਹ ਗੁਣਾਂ ਤੋਂ ਰਹਿਤ ਹੈ। ਵੀ ਗੁਣਾਂ ਤੋਂ ਰਹਿਤ ਹੋਣ ਕਰਕੇ ਮੈਂ ਕਿਵੇਂ ਪਹੁੰਚਾਂਗਾ ਉਹਦੇ ਤੱਕ? ਕਿਉਂਕਿ ਗੁਣਵਾਨ ਵਿਅਕਤੀ ਹੀ ਪਰਮਾਤਮਾ ਤੱਕ ਪਹੁੰਚ ਸਕਦਾ। ਜਿਹੜਾ ਗੁਣਹੀਨ ਹੈ ਉਹ ਪਰਮਾਤਮਾ ਤੱਕ ਨਹੀਂ ਜਾ ਸਕਦਾ। ਰਮਈਏ ਸਿਉ ਇੱਕ ਬੇਨਤੀ ਮੇਰੀ। ਹੁਣ ਪਰਮਾਤਮਾ ਅੱਗੇ ਕਹਿੰਦੇ ਇੱਕ ਮੇਰੀ ਬੇਨਤੀ, ਸਿਉ ਹੁੰਦਾ ਨਾਲ ਅਤੇ ਅੱਗੇ, ਪਰਮਾਤਮਾ ਦੇ ਅੱਗੇ ਇੱਕ ਮੇਰੀ ਬੇਨਤੀ ਹੈ ਕਿ ਪੂੰਜੀ ਰਾਖ ਮੁਰਾਰ, ਕਿ ਜਿਹੜੀ ਮੇਰੀ ਪੂੰਜੀ ਹੈ, ਧਿਆਨ ਦੇਣਾ ਭਗਤ ਕੋਲ ਜਿਹੜੀ ਪੂੰਜੀ ਹੈ ਰੁਪਈਆ ਪੈਸਾ ਨਹੀਂ ਹੁੰਦਾ। ਸਧਾਰਨ ਲੋਕਾਂ ਦੀ ਪੂੰਜੀ ਰੁਪਈਆ ਪੈਸਾ ਹੁੰਦਾ ਹੈ, ਭਗਤ ਦੀ ਪੂੰਜੀ ਨਾਮ ਹੁੰਦੀ। ਮੇਰੀ ਪੂੰਜੀ ਰਾਖ ਮੁਰਾਰ ਹੈ ਪਰਮਾਤਮਾ, ਮੇਰੀ ਜਿਹੜੀ ਪੂੰਜੀ ਨਾਮ ਧਨ ਨਾ, ਇਹਦੀ ਰੱਖਿਆ ਕਰ। ਮੈਂ ਤੇਰੇ ਤੱਕ ਪਹੁੰਚਣਾ। ਮੇਰਾ ਸਰੀਰ ਰੂਪੀ ਬਲਦ ਜਿਹੜਾ ਹੈ ਗੁਣਹੀਨ ਹੈ, ਰਾਹ ਬੜਾ ਔਖਾ ਅਤੇ ਪਹਾੜੀ ਅਤੇ ਲੰਮਾ ਹੈ। ਹੁਣ ਮੈਂ ਤੇਰੇ ਤੱਕ ਪਹੁੰਚਣਾ। ਜੇ ਤੂੰ ਮੇਰੀ ਪੂੰਜੀ ਦੀ ਰੱਖਿਆ ਕਰੇਗਾ ਤਾਂ ਹੀ ਗੱਲ ਬਣਨੀ, ਤੇ ਰਾਹ 'ਚ ਚੋਰ ਡਾਕੂ ਲੁਟੇਰੇ ਲੁੱਟ ਲੈਣਗੇ। ਕੋ ਬਣਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ। ਟਾਂਡਾ ਆਪਾਂ ਜਿਹੜਾ ਬਾਜ਼ਾਰ 'ਚੋਂ ਸਮਾਨ ਖਰੀਦਿਆ, ਸੌਦਾ ਉਹਨੂੰ ਕਹਿੰਦੇ ਆਪਾਂ। ਪੁਰਾਣੇ ਜ਼ਮਾਨੇ 'ਚ ਅਜੇ ਗੱਡਿਆਂ ਦੀ ਕਾਢ ਨਹੀਂ ਸੀ ਨਿਕਲੀ, ਕਿ ਪਹੀਏ ਦੀ ਕਾਢ ਹੀ ਨਹੀਂ ਸੀ ਨਿਕਲੀ। ਸੰਸਾਰ ਦੀ ਜਿੰਨੀ ਤਰੱਕੀ ਹੈ ਉਹ ਤਾਂ ਪਹੀਏ ਦੀ ਕਾਢ ਤੋਂ ਅਤੇ ਅੱਗ ਤੋਂ ਵੱਧ ਹੋਈ ਹੈ। ਅੱਜ ਤੋਂ 10,000 ਸਾਲ ਪਹਿਲਾਂ ਨਾ ਅੱਗ ਹੁੰਦੀ ਸੀ ਅਤੇ ਨਾ ਇਹ ਪਹੀਏ ਦੀ ਕਾਢ ਸੀ। ਮਨੁੱਖ ਕੱਚਾ ਮਾਸ ਖਾਇਆ ਕਰਦਾ ਸੀ, ਕਿਉਂਕਿ ਅੱਗ ਦਾ ਪਤਾ ਹੀ ਨਹੀਂ ਸੀ। ਅੱਜ ਤੋਂ 10,000 ਸਾਲ ਪਹਿਲਾਂ ਅੱਗ ਦਾ ਪਤਾ ਲੱਗਾ, ਫਿਰ ਭੁੰਨ ਕੇ ਪਕਾ ਕੇ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੱਤੀ। ਫਿਰ ਪਹੀਏ ਦੀ ਕਿਸੇ ਨੇ ਕਾਢ ਕੱਢੀ, ਉਸ ਤੋਂ ਫਿਰ ਗੱਡੇ ਰੱਥ ਇਹ ਚੀਜ਼ਾਂ ਬਣ ਗਈਆਂ। ਜੋ ਜਿਹਨੂੰ ਸਤਯੁਗ ਕਹਿੰਦੇ ਨੇ ਉਹ ਤਾਂ 10,000 ਸਾਲ ਤੋਂ ਸ਼ੁਰੂ ਹੈ। ਪਹਿਲਾਂ ਤਾਂ ਉਂਝ ਹੀ ਪੱਥਰ ਯੁੱਗ ਹੁੰਦਾ ਸੀ। ਕੋ ਬਣਜਾਰੋ ਰਾਮ ਕੋ, ਮੇਰਾ ਟਾਂਡਾ ਲਾਦੇ। ਟਾਂਡਾ ਹੁੰਦਾ ਸੌਦਾ। ਪੁਰਾਣੇ ਜ਼ਮਾਨੇ 'ਚ ਸੌਦੇ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣ ਲਈ ਬਲਦ ਦੀ ਵਰਤੋਂ ਕੀਤੀ ਜਾਂਦੀ ਸੀ। ਬਲਦਾਂ 'ਤੇ, ਖੋਤਿਆਂ 'ਤੇ, ਘੋੜਿਆਂ 'ਤੇ ਇਹ ਸਮਾਨ ਢੋਇਆ ਜਾਂਦਾ ਸੀ। ਬਲਦ ਦੀ ਸਵਾਰੀ ਵੀ ਕਰਿਆ ਕਰਦੇ ਸਨ, ਜਿਵੇਂ ਸ਼ਿਵਜੀ ਮਹਾਰਾਜ ਬਲਦ ਦੀ ਸਵਾਰੀ ਕਰਦੇ ਸਨ। ਇਹ ਸਵਾਰੀ ਦੇ ਵੀ ਕੰਮ ਆਉਂਦਾ ਸੀ। ਅੱਜ ਕੱਲ੍ਹ ਇਹਨੂੰ ਪੂਜਣ ਲੱਗ ਪਏ ਨੇ, ਇਸ ਲਈ ਜੇ ਕੋਈ ਬਲਦ 'ਤੇ ਬਹਿ ਜਾਏਗਾ ਤਾਂ ਲਾਲਾ ਲਾਲਾ ਉਹਦੇ ਸਾਡੇ 'ਤੇ ਹੋ ਜਾਏਗਾ ਵੀ ਦੇਖੋ ਇਹ ਬਲਦ ਦੇ ਉੱਤੇ ਬੈਠਾ। ਉਦੋਂ ਬਲਦ ਦੇ ਉੱਤੇ ਸਮਾਨ ਲੱਦਿਆ ਹੁੰਦਾ ਸੀ। ਉਹ ਜਿਹੜਾ ਸਮਾਨ ਸੀ ਉਹਨੂੰ ਕਹਿੰਦੇ ਸੀ ਟਾਂਡਾ, ਟਾਂਡੋ। ਕੋ ਬਣਜਾਰਾ ਰਾਮ ਕੋ, ਕੋਈ ਰਾਮ ਦਾ ਬਣਜਾਰਾ ਹੈ। ਸੰਸਾਰ ਦਾ ਬਣਜਾਰਾ ਹੈ, ਸੌਦਿਆਂ ਦਾ, ਮਾਇਆ ਦਾ ਬਣਜਾਰਾ ਹੈ। ਰਾਮ ਨਾਮ ਦਾ ਬਣਜਾਰਾ ਤੇ ਕੋਈ ਵਿਰਲਾ ਟਾਮਾ ਹੈ। ਕਹਿੰਦਾ ਜੇ ਕੋਈ ਭਾਈ ਰਾਮ ਦੇ ਨਾਮ ਦਾ ਬਣਜਾਰਾ ਹੈ ਨਾ, ਮੇਰਾ ਟਾਂਡਾ, ਮੇਰਾ ਜਿਹੜਾ ਨਾਮ ਧਨ ਹੈ ਉਹ ਬਲਦ ਦੇ ਉੱਤੇ ਲੱਦਿਆ ਜਾ ਰਿਹਾ ਹੈ। ਆ ਜਾਓ ਕਹਿੰਦੇ ਮੇਰੇ ਨਾਲ ਜਿਹਨੇ ਜਾਣਾ, ਮੈਂ ਕਹਿੰਦੇ ਲੈ ਕੇ ਜਾ ਰਿਹਾ ਹਾਂ। ਬਣਜਾਰੋ ਰਾਮ ਕੋ, ਸਹਿਜ ਕਰੋ ਵਿਆਪਾਰ। ਇਹ ਬੱਬੇ ਦੇ ਪੈਰ 'ਚ ਅੱਧਾ ਯਈਆ ਹੈ। ਚਾਹੇ ਬੱਬੇ ਦੇ ਨਾਲ ਯਈਆ ਲੱਗਾ ਹੁੰਦਾ, ਚਾਹੇ ਪੈਰ 'ਚ ਲੱਗਾ ਹੁੰਦਾ। ਅਤੇ ਨਿਯਮ ਕੀ ਹੈ, ਜਿਸ ਬੱਬੇ ਦੇ ਨਾਲ ਜੇ ਯਈਆ ਹੁੰਦਾ ਤਾਂ ਵੀ ਇੱਕੋ ਗੱਲ ਸੀ, ਬੱਬੇ ਦੇ ਪੈਰ 'ਚ ਯਈਆ ਤਾਂ ਵੀ ਇੱਕੋ ਗੱਲ ਹੈ। ਤਾਂ ਜਿਹੜਾ ਹੈ ਵਿਆਪਾਰ, ਉਹ ਫਿਰ ਕੀ ਹੈ, ਬੱਬਾ ਈੜੀ ਨੂੰ ਸਿਹਾਰੀ, ਬੱਬੇ ਨੂੰ ਸਿਹਾਰੀ, ਬੱਬੇ ਨੂੰ ਸਿਹਾਰੀ ਆੜਾ। ਜਿਸ ਅੱਖਰ ਦੇ ਹੇਠਾਂ ਅੱਧਾ ਈਆ ਲੱਗਾ ਹੋਵੇ ਉਸੇ ਅੱਖਰ ਨੂੰ ਸਿਹਾਰੀ ਅਤੇ ਅੱਗੇ ਆੜਾ ਬਣ ਜਾਂਦਾ। ਹੁਣ ਬਣ ਗਿਆ ਬੱਬੇ ਨੂੰ ਸਿਹਾਰੀ ਆੜਾ। ਜਿਹੜਾ ਬੱਬੇ ਨੂੰ ਕੰਨਾਂ ਲੱਗੇ ਆੜੇ ਨੂੰ ਲੱਗ ਜਾਏਗਾ।
ਵਿਆਪਾਰ ਤਾਂ ਅੱਗੇ ਹੈ, ਵਿਆਪਾਰ ਵਪਾਰ ਜਿਹਨੂੰ ਕਹਿੰਦੇ। ਜਿਵੇਂ ਹਿੰਦੀ 'ਚ ਅਧਿਆਪਕ ਲਿਖਿਆ ਜਾਂਦਾ ਆੜਾ ਧੱਦਾ ਯਈਏ ਨੂੰ ਕੰਨਾ ਪੱਪਾ ਕੱਕਾ, ਉਹਨੂੰ ਆਪਾਂ ਅਧਿਆਪਕ ਨਹੀਂ ਪੜ੍ਹ ਸਕਦੇ। ਅਧਿਆਪਕ ਪੜ੍ਹਾਂਗੇ, ਧੱਦੇ ਦੇ ਨਾਲ ਯਈਆ ਲੱਗਾ ਹੋਇਆ ਹੈ, ਧੱਦੇ ਨੂੰ ਸਿਹਾਰੀ ਲੱਗ ਗਈ, ਯਈਏ ਦਾ ਆੜਾ ਬਣ ਗਿਆ ਅਧਿਆਪਕ। ਬੋਲਣ ਵੇਲੇ ਅਧਿਆਪਕ ਬੋਲਾਂਗੇ, ਲਿਖਿਆ ਜਾਂਦਾ ਅਧਿਆਪਕ। ਇਸੇ ਤਰੀਕੇ ਹੈ ਵਿਆਪਾਰ, ਬੱਬੇ ਨੂੰ ਸਿਹਾਰੀ, ਆੜੇ ਨੂੰ ਕੰਨਾ, ਪੱਪੇ ਨੂੰ ਕੰਨਾ, ਰਾ ਵਿਆਪਾਰ। ਵਪਾਰ ਜਿਹਨੂੰ ਕਹਿੰਦੇ ਆਪਾਂ। ਸਹਿਜ ਵਪਾਰ ਹੁੰਦਾ ਰੱਬੀ ਗਿਆਨ ਦਾ ਵਪਾਰ। ਸਹਿਜ ਅਵਸਥਾ ਉਦੋਂ ਪੈਦਾ ਹੁੰਦੀ ਹੈ ਜਦੋਂ ਰੱਬੀ ਗਿਆਨ ਹੋ ਜਾਏ, ਇਹਨੂੰ ਬ੍ਰਹਮ ਗਿਆਨ ਕਹਿੰਦੇ ਨੇ। ਜਦੋਂ ਕਿਸੇ ਇਨਸਾਨ ਨੂੰ ਬ੍ਰਹਮ ਗਿਆਨ ਹੋ ਜਾਏ, ਉਹ ਫਿਰ ਸਹਿਜ ਅਵਸਥਾ 'ਚ ਆ ਜਾਂਦਾ। ਆਪਾਂ ਤਾਂ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਹਾਂ, ਕਦੇ ਰਜੋ, ਕਦੇ ਸਤੋ, ਕਦੇ ਤਮੋ। ਜਦੋਂ ਭਜਨ ਬੰਦਗੀ ਕਰਦਿਆਂ ਬ੍ਰਹਮ ਗਿਆਨ ਹੋ ਜਾਏਗਾ, ਫਿਰ ਉਹਨੂੰ ਕਹਿੰਦੇ ਉਨਮਨੀ ਅਵਸਥਾ, ਉਹਨੂੰ ਕਹਿੰਦੇ ਨੇ ਸਹਿਜ ਅਵਸਥਾ, ਉਹਨੂੰ ਕਹਿੰਦੇ ਨੇ ਚੌਥਾ ਪਦ। ਅਸੀਂ ਉੱਥੇ ਚਲੇ ਜਾਏ, ਉੱਥੇ ਜਾ ਕੇ ਮਨ ਅਡੋਲ ਹੋ ਜਾਂਦਾ ਹੈ। ਦੁੱਖ ਹੋ, ਸੁੱਖ ਹੋ, ਅਮੀਰੀ ਹੋ, ਗਰੀਬੀ ਹੋ, ਆਦਰ ਹੋ, ਨਿਰਾਦਰ ਹੋ, ਮਨ ਇੱਕਸਾਰ ਸ਼ਾਂਤ ਰਹਿੰਦਾ ਹੈ। ਹੁਣ ਤਾਂ ਆਪਣਾ ਕੋਈ ਆਦਰ ਕਰਦਾ ਆਪਾਂ ਭੁੱਲ ਜਾਂਦੇ ਹਾਂ, ਕੋਈ ਬੇਇੱਜ਼ਤੀ ਕਰਦਾ ਆਪਾਂ ਨੂੰ ਗੁੱਸਾ ਚੜ੍ਹਦਾ ਹੈ। ਗਰੀਬ ਹੋ ਕੇ ਮਾਰੇ ਗਏ ਯਾਰ, ਅਮੀਰ ਹੋ ਕੇ ਫੁੱਲੇ ਨਹੀਂ ਸਮਾਉਂਦੇ। ਦੁੱਖ 'ਚ ਦੁਖੀ ਹੁੰਦੇ ਹਾਂ, ਸੁੱਖ 'ਚ ਬੜੇ ਸੁਖੀ ਹੁੰਦੇ ਹਾਂ, ਕਿਉਂਕਿ ਅਸੀਂ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਹਾਂ। ਮਾਇਆ ਦੇ ਤਿੰਨ ਗੁਣ ਨੇ ਰਜੋ, ਤਮੋ, ਸਤੋ। ਰਾਜਸ, ਤਾਮਸ, ਸਾਤਕ ਹਿੰਦੀ ਵਾਲੇ ਕਹਿੰਦੇ। ਰਾਜਸ, ਤਾਮਸ, ਸਾਤਕ, ਰਜੋ ਗੁਣ, ਸਤੋ ਗੁਣ, ਤਮੋ ਗੁਣ। ਤਮੋ ਗੁਣ ਉਹ ਹੁੰਦਾ ਹੈ ਕਿ ਐਸੇ ਕਰਮ ਕਰਨੇ ਜਿਹਦੇ ਨਾ ਆਪ ਨੂੰ ਫਾਇਦਾ ਨਾ ਦੂਜੇ ਨੂੰ ਫਾਇਦਾ। ਮੰਨ ਲਓ ਇੱਕ ਬੰਦਾ ਨਸ਼ੇ ਕਰਦਾ ਹੈ, ਉਹਨੂੰ ਆਪ ਨੂੰ ਵੀ ਕੋਈ ਫਾਇਦਾ ਨਹੀਂ। ਧਨ ਦੀ ਬਰਬਾਦੀ, ਇੱਜ਼ਤ ਦੀ ਬਰਬਾਦੀ, ਸਿਹਤ ਦੀ ਬਰਬਾਦੀ, ਲੋਕਾਂ ਤੋਂ ਤਾਂ ਫਾਇਦੇ ਕੀ ਹੋਣਾ ਸੀ। ਇਹ ਤਮੋ ਗੁਣੀ ਲੋਕ ਹੁੰਦੇ। ਰਜੋ ਗੁਣੀ ਉਹ ਲੋਕ ਨੇ ਆਪਣਾ ਫਾਇਦਾ ਹੋਣਾ ਚਾਹੀਦਾ, ਦੂਜੇ ਦਾ ਭਾਵੇਂ ਨੁਕਸਾਨ ਹੋ ਜਾਏ। ਆਹ ਜਿਹੜੇ ਲੋਕ ਨੇ ਜਿਹੜੇ ਕਰਾਉਂਦੇ ਨੇ ਟੂਣੇ, ਇਹ ਰਜੋ ਗੁਣੀ ਲੋਕ ਨੇ। ਵੀ ਆਪਣਾ ਫਾਇਦਾ ਹੋਣਾ ਚਾਹੀਦਾ, ਦੂਜੇ ਭਾਵੇਂ ਪਠਾ ਪੈ ਜਾਏ। ਕਈ ਨੇ ਤਰੱਕੀ ਕਰਨੀ ਹੁੰਦੀ ਹੈ, ਉਹ ਦੂਜਿਆਂ ਨੂੰ ਠਿੱਬੀ ਲਾ ਕੇ ਤਰੱਕੀ ਕਰਦੇ, ਦੂਜਿਆਂ ਨੂੰ ਨੁਕਸਾਨ ਕਰਕੇ ਆਪ ਤਰੱਕੀ ਕਰਦੇ। ਜਿਵੇਂ ਜਿਨ੍ਹਾਂ ਨੂੰ ਚਮਚੇ ਕਹਿੰਦੇ ਦਫ਼ਤਰਾਂ 'ਚ, ਉਹ ਦੂਜਿਆਂ ਦੀ ਬਦਨਾਮੀ ਕਰ ਕਰਕੇ ਆਪ ਤਰੱਕੀ ਕਰਦੇ। ਇਹ ਰਜੋ ਗੁਣੀ ਲੋਕ ਹੁੰਦੇ ਨੇ। ਸਤੋ ਗੁਣੀ ਹੁੰਦੇ ਨੇ ਵੀ ਆਪ ਨੂੰ ਵੀ ਫਾਇਦਾ ਹੋਵੇ ਅਤੇ ਦੂਜੇ ਨੂੰ ਵੀ ਫਾਇਦਾ ਹੋਵੇ, ਉਹ ਸਤੋ ਗੁਣੀ ਲੋਕ ਹੁੰਦੇ ਨੇ। ਸੋ ਅਸੀਂ ਕਦੇ ਰਜੋ ਗੁਣੀ, ਕਦੇ ਤਮੋ ਗੁਣੀ, ਕਦੇ ਸਤੋ ਗੁਣੀ, ਇਹਨਾਂ ਦੇ ਵਿੱਚੋਂ ਦੀ ਵਿਚਰਦੇ ਹਾਂ। ਜਦੋਂ ਫਿਰ ਬ੍ਰਹਮ ਗਿਆਨ ਹੋ ਜਾਏਗਾ, ਫਿਰ ਅਸੀਂ ਸਹਿਜ ਅਵਸਥਾ 'ਚ ਆ ਜਾਵਾਂਗੇ। ਹਾਂ ਬਣਜਾਰੋ ਰਾਮ ਕੋ, ਮੈਂ ਰਾਮ ਦਾ ਵਪਾਰੀ ਹਾਂ। ਬਣਜਾਰਾ ਵਪਾਰੀ ਨੂੰ ਕਹਿੰਦੇ ਨੇ। ਸਹਿਜ ਕਰੋ ਵਿਆਪਾਰ, ਮੈਂ ਤੇ ਗਿਆਨ ਦਾ ਵਪਾਰ ਕਰਦਾ ਹਾਂ। ਤੁਸੀਂ ਤੇ ਕਹਿੰਦੇ ਚੀਜ਼ਾਂ ਖਰੀਦਦੇ ਹੋ ਨਾ, ਤੇ ਉਹਦਾ ਵਪਾਰ ਕਰਦੇ ਹੋ। ਮੈਂ ਤੇ ਰੱਬੀ ਗਿਆਨ ਦਾ ਵਪਾਰ ਕਰਦਾ, ਗਿਆਨ ਪ੍ਰਾਪਤ ਕਰਦਾ ਹਾਂ, ਦੂਜਿਆਂ ਨੂੰ ਗਿਆਨ ਦਿੰਦਾ ਹਾਂ। ਕਿਉਂਕਿ ਜਿਹੜਾ ਵਪਾਰ ਹੈ ਉਹ 'ਚ ਦੋਨੋਂ ਚੀਜ਼ਾਂ ਹੁੰਦੀਆਂ। ਆਪਾਂ ਵਪਾਰੀ ਨਹੀਂ, ਅਸੀਂ ਚੀਜ਼ਾਂ ਸਿਰਫ ਖਰੀਦਦੇ ਹਾਂ। ਦੁਕਾਨਦਾਰ ਵਪਾਰੀ ਹੁੰਦਾ, ਉਹ ਵੇਚਦਾ ਵੀ ਹੈ, ਖਰੀਦਦਾ ਵੀ ਹੈ। ਆਪਾਂ ਸਿਰਫ ਖਰੀਦਦਾਰ ਹਾਂ, ਅਸੀਂ ਵਪਾਰੀ ਨਹੀਂ ਹਾਂ। ਸੋ ਕਹਿੰਦੇ ਮੈਂ ਤੇ ਗਿਆਨ ਦਾ ਵਪਾਰ ਕਰਦਾ, ਰੱਬੀ ਗਿਆਨ ਦਾ ਵਪਾਰ ਕਰਦਾ। ਮੈਂ ਰਾਮ ਨਾਮ ਧਨ ਲਾਦਿਆ, ਬਿਖ ਲਾਦੀ ਸੰਸਾਰ। ਕਹਿੰਦੇ ਮੈਂ ਤਾਂ ਆਪਣੇ ਬਲਦ 'ਤੇ ਰਾਮ ਧਨ ਲੱਦਿਆ, ਨਾਮ ਧਨ ਲੱਦਿਆ ਹੋਇਆ ਹੈ। ਕਿਉਂਕਿ ਜਿਹੜਾ ਭਗਤ ਹੈ ਉਹ ਨਾਮ ਧਨ ਇਕੱਠਾ ਕਰਦਾ। ਸੰਸਾਰੀ ਬੰਦਾ ਸੰਸਾਰੀ ਧਨ ਇਕੱਠਾ ਕਰਦਾ ਹੈ। ਕਿਉਂਕਿ ਉਹ ਕਹਿੰਦਾ ਸਾਰੇ ਸੁੱਖ ਸੰਸਾਰੀ ਧਨ ਵਿੱਚ ਹਨ, ਉਹਦੀ ਧਾਰਨਾ ਹੈ। ਧਾਰਮਿਕ ਬੰਦੇ ਦੀ ਧਾਰਨਾ ਹੁੰਦੀ ਕਿ ਸਾਰੇ ਸੁੱਖ ਪਰਮਾਤਮਾ ਦੇ ਨਾਮ ਵਿੱਚ ਹਨ। ਕਿਉਂਕਿ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਪਰਮਾਤਮਾ ਦਾ ਸਿਮਰਨ ਦੇ ਵਿੱਚ ਰਿੱਧੀਆਂ ਸਿੱਧੀਆਂ, ਧਨ ਦੌਲਤ
ਅਤੇ ਜਿਹੜਾ ਹੈ ਆਤਮਿਕ ਸ਼ਕਤੀਆਂ ਵਿੱਚ ਹੀ ਸਭ ਕੁਝ ਹੈ। ਤੁਸੀਂ ਜਿਸ ਕੰਮ ਨੂੰ ਹੱਥ ਪਾਓਗੇ ਉਸੇ 'ਚ ਹੀ ਕਾਮਯਾਬ ਹੋਈ ਜਾਵੋਗੇ। ਸੋ ਕਹਿੰਦੇ ਮੈਂ ਤੇ ਨਾਮ ਧਨ ਲੱਦਿਆ। ਇਹ ਜਿਹੜਾ ਸੰਸਾਰ ਹੈ ਇਹ ਮਾਇਆ ਰੂਪੀ ਜ਼ਹਿਰ ਲੱਦੀ ਹੋਈ ਹੈ ਇਹਨਾਂ ਨੇ। ਇਹ ਮਾਇਆ ਇਕੱਠੀ ਕਰ ਰਹੇ ਹਨ। ਕਹਿੰਦੇ ਮੈਂ ਨਾਮ ਧਨ ਇਕੱਠਾ ਕਰ ਰਿਹਾ। ਨਾਮ ਧਨ ਨੇ ਨਾਲ ਜਾਣਾ, ਮਾਇਆ ਨੇ ਇੱਥੋਂ ਤੱਕ ਹੀ ਰਹਿ ਜਾਣਾ। ਜਦੋਂ ਮਰ ਗਏ ਮਾਇਆ ਵੀ ਇੱਥੇ ਹੀ ਰਹੇਗੀ। ਜਿਹੜਾ ਨਾਮ ਧਨ ਹੈ ਇਹ ਸਾਡੇ ਮਰਨ ਤੋਂ ਬਾਅਦ ਵੀ ਜਿਹੜੇ ਸਾਡੇ ਅੰਦਰ ਸੂਖਸ਼ਮ ਸਰੀਰ ਨਿਕਲਣਾ ਉਹਦੇ ਨਾਲ ਹੀ ਜਾਣਾ ਹੈ, ਉਹਦੇ ਨਾਲ ਜਾਣਾ। ਸੂਖਸ਼ਮ ਸਰੀਰ ਸਾਰਿਆਂ ਦੇ ਵਿੱਚੋਂ ਨਿਕਲਦਾ, ਚਾਹੇ ਸੰਸਾਰੀ ਹੈ ਚਾਹੇ ਧਾਰਮਿਕ ਹੈ। ਸੂਖਸ਼ਮ ਸਰੀਰ ਜਦੋਂ ਨਿਕਲਦਾ ਹੈ ਉਹਦੇ ਵਿੱਚ ਇੱਕ ਮਨ ਹੁੰਦਾ ਹੈ, ਇੱਕ ਆਤਮਾ ਹੁੰਦੀ ਹੈ, ਤੀਜਾ ਸੂਖਸ਼ਮ ਸਰੀਰ ਹੁੰਦਾ। ਸਾਡੇ 'ਚ ਵੀ ਤਿੰਨੋਂ ਚੀਜ਼ਾਂ ਨੇ, ਮਨ ਹੈ, ਆਤਮਾ ਹੈ ਅਤੇ ਸਥੂਲ ਸਰੀਰ ਹੈ। ਇਸੇ ਸਥੂਲ ਸਰੀਰ ਦੇ ਵਿੱਚ ਇੱਕ ਸੂਖਸ਼ਮ ਸਰੀਰ ਹੁੰਦਾ। ਸੂਖਸ਼ਮ ਸਰੀਰ ਦੇ ਵਿੱਚ ਸਰੀਰ ਸੂਖਸ਼ਮ ਹੁੰਦਾ ਹੈ। ਤੁਹਾਡੀ ਮੰਨ ਲਓ ਦਿਵ ਦ੍ਰਿਸ਼ਟੀ ਖੁੱਲ੍ਹੀ ਹੈ, ਤੁਹਾਡੇ ਕੋਲ ਗੁਰੂ ਮਹਾਰਾਜ ਲੰਘ ਰਹੇ ਨੇ, ਅਗਰ ਤੁਸੀਂ ਹੱਥ ਲਾਓਗੇ ਤੁਹਾਡੇ ਹੱਥ 'ਚ ਨਹੀਂ ਆਉਣਗੇ। ਉਹਨਾਂ ਦੇ ਚਰਨਾਂ 'ਤੇ ਇਸ ਤਰ੍ਹਾਂ ਹੱਥ ਲਾਓਗੇ ਕੋਈ ਨਹੀਂ ਹੱਥ ਲੱਗੇਗਾ। ਸੂਖਸ਼ਮ ਸਰੀਰ ਹੁੰਦਾ ਇਹੋ ਜਿਹੀ। ਬੰਦਾ ਤਾਂ ਬੰਦੇ ਦਾ ਸਾਰਾ ਲੱਗੇਗਾ ਦਿਸਣ ਨੂੰ, ਔਰਤ ਤਾਂ ਔਰਤ ਲੱਗੇਗੀ। ਉਹ ਜਿਹੜਾ ਸੂਖਸ਼ਮ ਸਰੀਰ ਵਿੱਚੋਂ ਨਿਕਲਦਾ ਉਹਦੇ 'ਚ ਇੱਕ ਤਾਂ ਸੂਖਸ਼ਮ ਸਰੀਰ ਹੋ ਗਿਆ, ਇੱਕ ਮਨ ਹੋ ਗਿਆ, ਇੱਕ ਆਤਮਾ ਹੋ ਗਈ। ਮਨ ਦੇ ਵਿੱਚ ਸਾਡੇ ਗੁਣ ਅਤੇ ਔਗੁਣ ਹੁੰਦੇ ਨੇ। ਜੋ ਅਸੀਂ ਚੰਗੇ ਮੰਦੇ ਕਰਮ ਇਸ ਜੀਵਨ 'ਚ ਕੀਤੇ ਉਹ ਸਾਰੇ ਮਨ ਦੇ ਵਿੱਚ ਜਮ੍ਹਾਂ ਹੋ ਜਾਂਦੇ ਹਨ। ਆਤਮਾ ਤੇ ਨਿਰਲੇਪ ਰਹਿੰਦੀ ਹੈ। ਜਦੋਂ ਸੂਖਸ਼ਮ ਸਰੀਰ ਧਰਮਰਾਜ ਕੋਲੇ ਜਾਂਦਾ ਹੈ, ਇਹਨੂੰ ਰਸਤੇ 'ਚ ਵੀ ਉਸੇ ਤਰ੍ਹਾਂ ਦੁੱਖ ਸੁੱਖ ਗਰਮੀ ਸਰਦੀ ਭੁੱਖ ਪਿਆਸ ਲੱਗਦੀ ਹੈ ਜਿਵੇਂ ਆਪਾਂ ਨੂੰ ਲੱਗਦੀ ਹੈ। ਉੱਥੇ ਜੇ ਮਾੜੇ ਕਰਮ ਕੀਤੇ ਨੇ ਤੇ ਸੂਖਸ਼ਮ ਸਰੀਰ ਦਾ ਕੁਟਾਪਾ ਵੀ ਕੀਤਾ, ਉਹਨੂੰ ਦੁੱਖ ਹੁੰਦਾ। ਉਸੇ ਤਰ੍ਹਾਂ ਸਜ਼ਾ ਸੁਜ਼ਾ ਦੇ ਕੇ ਇਹ ਸੂਖਸ਼ਮ ਸਰੀਰ ਦੇ ਵਿੱਚੋਂ ਆਤਮਾ ਅਤੇ ਮਨ ਕੱਢ ਲਏ ਜਾਂਦੇ ਹਨ। ਇਹ ਦੋਨੋਂ ਚੀਜ਼ਾਂ ਫਿਰ ਅੱਗੇ ਜਦੋਂ ਜਨਮ ਮਿਲਦਾ ਹੈ ਉਸ ਸਰੀਰ ਦੇ ਵਿੱਚ ਇਹ ਪ੍ਰਵੇਸ਼ ਕਰ ਜਾਂਦੀਆਂ ਨੇ ਚੀਜ਼ਾਂ। ਸਾਡਾ ਮਨ ਸਾਡੀ ਆਤਮਾ ਅਗਲੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਇਸ ਲਈ ਸਾਡੇ ਗੁਣ ਔਗਣ ਨਾਲ ਹੀ ਜਾਂਦੇ ਨੇ। ਸਾਡਾ ਜਿਹੜਾ ਨਾਮ ਜਪਿਆ ਹੈ ਉਹ ਵੀ ਨਾਲ ਹੀ ਜਾਂਦਾ, ਫਿਰ ਅਗਲੇ ਜਨਮ 'ਚੋਂ ਕੰਮ ਆਉਂਦਾ ਹੈ। ਸੰਸਾਰਿਕ ਧਨ ਇੱਥੇ ਰਹਿ ਜਾਂਦਾ, ਨਾਮ ਧਨ ਇਹ ਅਗਲੇ ਜਨਮ 'ਚ ਹੀ ਜਾਂਦਾ ਨਾਲ। ਤੇ ਇਸ ਲਈ ਕਹਿੰਦੇ ਮੈਂ ਤੇ ਨਾਮ ਧਨ ਲੱਦਿਆ। ਇਹ ਸੰਸਾਰ ਨੇ ਜਿਹੜਾ ਬਿਖ ਲੱਦੀ ਹੈ ਮਾਇਆ ਰੂਪੀ ਬਿਖ ਹਿੰਦੀ ਦੇ ਸ਼ਬਦ ਹੈ ਵਿਸ਼। ਵਿਸ਼ ਮੈਨੇ ਜ਼ਹਿਰ, ਉਸ ਤੋਂ ਖੱਖਾ ਬਣਾ ਲਿਆ ਬਿਖ। ਸੰਸਾਰੀਆਂ ਨੇ ਕਹਿੰਦੇ ਬਿਖ ਲੱਦੀ ਹੋਈ ਹੈ। ਔਰ ਵਾਰ ਪਾਰ ਕੇ ਦਾਨੀਆਂ ਲਿਖ ਲਿਹੋ ਆਲ ਪਤਾਲ। ਔਰ ਵਾਰ ਲੋਕ ਪਾਰ ਪਰਲੋਕ ਦਾਨੀਆਂ ਮੈਨੇ ਜਾਣਨ ਵਾਲਿਓ ਹੈ ਚਿੱਤਰ ਗੁਪਤੋ। ਕਿਉਂਕਿ ਸਾਡੇ ਕਰਮ ਚਿੱਤਰ ਗੁਪਤ ਲਿਖਦਾ ਹੈ। ਅਸੀਂ ਜੋ ਚੰਗੇ ਕੰਮ ਕਰ ਰਹੇ ਹਾਂ ਮਾੜੇ ਕਰ ਰਹੇ ਹਾਂ ਉਹ ਚਿੱਤਰ ਗੁਪਤ ਲਿਖਦੇ ਹਾਂ। ਜਿਹੜੇ ਤੁਸੀਂ ਲੋਕਾਂ ਦੇ ਸਾਹਮਣੇ ਕਰਮ ਕਰਦੇ ਹਾਂ ਉਹ ਤਾਂ ਚਿੱਤਰ ਲਿਖਦਾ ਹੈ। ਜਿਹੜੇ ਅਸੀਂ ਲੋਕਾਂ ਤੋਂ ਛੁਪਾ ਕੇ ਚੋਰੀ ਚੋਰੀ ਕਰਮ ਕਰਦੇ ਉਹ ਗੁਪਤ ਲਿਖਦਾ ਹੈ। ਦੋਨੋਂ ਕਹਿੰਦੇ ਹਰ ਵਕਤ ਸਾਡੇ ਮੋਢੇ 'ਤੇ ਬੈਠੇ ਉਹਦੇ ਲਿਖਦੇ ਰਹਿੰਦੇ ਕੀ ਕਰਦਾ ਹੈ। ਉਹ ਫਿਰ ਧਰਮਰਾਜ ਕੋਲੇ ਹਰ ਰੋਜ਼ ਦੀ ਰਿਪੋਰਟ ਜਾਂਦੀ ਹੈ। ਧਰਮਰਾਜ ਕੋਲੇ ਸਾਡਾ ਰਜਿਸਟਰ ਲੱਗਾ, ਉੱਥੇ ਫਿਰ ਸਾਡੇ ਕਰਮ ਲਿਖੇ ਜਾਂਦੇ ਹਨ। ਜਦੋਂ ਅਸੀਂ ਫਿਰ ਉੱਪਰ ਪਹੁੰਚਦੇ ਹਾਂ ਉੱਥੇ ਰਜਿਸਟਰ 'ਚ ਸਾਡੇ ਕਰਮ ਪੜ੍ਹੇ ਜਾਂਦੇ ਨੇ ਵੀ ਇਹਨੇ ਕੀ ਕੀਤਾ, ਉਹਦੇ ਅਨੁਸਾਰ ਸਾਨੂੰ ਸਜ਼ਾ ਅਤੇ ਇਨਾਮ ਉੱਥੇ ਮਿਲਦਾ ਹੈ। ਸੋ ਭਗਤ ਨੂੰ ਪਤਾ ਹੁੰਦਾ ਕਿ ਭਾਈ ਨਾਮ ਧਨ ਨੇ ਕਮਾਉਣਾ। ਮਾਇਆ ਤੋਂ ਉਨੀ ਸਿਰਫ ਕਮਾਉਂਦਾ ਉਹ ਜਿੰਨੀ ਗੁਜ਼ਾਰੇ ਜੋਗੀ ਚਾਹੀਦੀ ਹੁੰਦੀ ਹੈ। ਉਹ ਇਕੱਠੀ ਕਰਨ ਦਾ ਸ਼ੌਕੀਨ ਨਹੀਂ ਹੁੰਦਾ। ਉਹ ਆਪਣਾ ਦਸਾਂ ਨੂੰਹਾਂ ਦੀ ਕਿਰਤ ਕਰਦਾ, ਆਪਣੇ ਪਰਿਵਾਰ ਨੂੰ ਪਾਲਦਾ ਹੈ। ਸੰਸਾਰੀ ਬੰਦੇ ਦਾ ਵੱਧ ਤੋਂ ਵੱਧ ਧਨ ਇਕੱਠਾ ਕਰ ਲਈ। ਜੇ ਇੱਕ ਮੇਰੇ ਕਹਿੰਦਾ ਜੇ ਮੇਰੇ ਕੋਲ 1 ਕਰੋੜ ਰੁਪਈਆ ਹੋਵੇ ਨਾ ਮੈਂ ਕੋਈ ਕੰਮ ਨਹੀਂ ਕਰਾਂ। ਮੈਂ ਸੁਣ ਮੇਰੀ ਗੱਲ, ਤੂੰ ਤਾਂ ਸਧਾਰਨ ਬੰਦਾ ਹੈ।
ਜੇ 1 ਕਰੋੜ ਰੁਪਈਆ ਬਾਣੀਏ ਕੋਲੇ ਹੋਵੇ, ਉਸ ਤੋਂ 2 ਕਰੋੜ 4 ਕਰੋੜ 6 ਕਰੋੜ 8 ਕਰੋੜ ਕਰ ਲੇਗਾ। ਤੂੰ ਕਰੋੜ ਦਾ ਵਿਆਜ ਲਈ ਜਾਵੇਂਗਾ, ਬਸ ਉਹਦੇ ਨਾਲ ਗੁਜ਼ਾਰਾ ਕਰੇ। ਕਰੋੜ ਦਾ ਕਰੋੜ ਹੀ ਤੇਰੇ ਕੋਲ ਰਹਿ ਗਿਆ। ਤੂੰ ਅੱਗੇ ਉਹਨੂੰ ਇਨਵੈਸਟ ਨਹੀਂ ਕਰੇਗਾ। ਜਿੰਨਾ ਚਿਰ ਅਸੀਂ ਉਹਨੂੰ ਅੱਗੇ ਇਨਵੈਸਟ ਨਹੀਂ ਕਰਦੇ, ਉਹ ਅੱਗੇ ਵਧੇਗਾ ਕਿਵੇਂ? ਕਈਆਂ ਦੀ ਸੋਚ ਇੱਥੋਂ ਤੱਕ ਹੀ, ਮੇਰੇ ਕੋਲ ਕਰੋੜ ਹੋਵੇ, ਉਸ ਤੋਂ ਮੈਨੂੰ 6 ਲੱਖ ਸਾਲ ਦਾ ਵਿਆਜ ਮਿਲ ਜਾਣਾ ਹੈ, 50,000 ਰੁਪਏ ਮਹੀਨੇ 'ਚ ਮੇਰਾ ਗੁਜ਼ਾਰਾ ਚੰਗਾ ਚੱਲੀ ਜਾਵੇਗਾ। ਮੈਂ ਕਿਸੇ ਬਾਣੀ ਕੋਲ ਕਰੋੜ ਹੋਵੇ, ਉਹ ਤੋਂ ਉਸ ਕਰੋੜ ਦਾ 10 ਕਰੋੜ ਕਮਾ ਲੇਗਾ। ਵਪਾਰ ਹੈ। ਆਮ ਬੰਦੇ ਤੇ ਵਪਾਰੀ 'ਚ ਆਹੀ ਫਰਕ ਹੁੰਦਾ। ਔਰ ਵਾਰ ਪਾਰ ਕੇ ਦਾਨੀਆਂ ਹੈ ਲੋਕ ਪਰਲੋਕ ਨੂੰ ਜਾਣਨ ਵਾਲਿਓ, ਲਿਖ ਲਿਖੋ ਆਲ ਪਤਾਲ, ਜੋ ਤੁਸੀਂ ਮੇਰੇ ਵਿਰੁੱਧ ਊਲ ਜਲੂਲ ਲਿਖਣਾ ਲਿਖ ਲਓ। ਆਲ ਪਤਾਲ ਨਾ ਊਲ ਜਲੂਲ, ਕਈ ਕਹਿੰਦਾ ਜਿਹਨੂੰ ਅੱਲ ਪਲਾਲੀਆਂ ਕਹਿੰਦੇ ਨੇ, ਗੱਲਾਂ ਮਾਰਦੇ ਕਹਿੰਦੇ ਇੱਧਰ ਉੱਧਰ ਦੀ ਫਜ਼ੂਲ। ਜੋ ਮੇਰੇ ਵਿਰੁੱਧ ਲਿਖਣਾ ਹੈ ਤੁਸੀਂ ਕਹਿੰਦੇ ਲਿਖ ਲਓ। ਮੋਹੇ ਜਮ ਡੰਡ ਨਾ ਲੱਗ ਗਈ, ਮੈਨੂੰ ਜਮਦੂਤ ਸਜ਼ਾ ਨਹੀਂ ਦੇ ਸਕਦੇ, ਕਿਉਂਕਿ ਤਜੀਲੇ ਸਰਬ ਜੰਜਾਲ, ਮੈਂ ਸਾਰੇ ਸੰਸਾਰ ਦੇ ਝੰਜਟ ਛੱਡ ਦਿੱਤੇ ਹਨ। ਮੈਂ ਮਾਇਆ ਦਾ ਜੰਜਾਲ ਛੱਡ ਦਿੱਤਾ ਹੈ। ਮੇਰੇ ਕੋਲੇ ਨਾਮ ਧਨ ਹੈ, ਮੈਨੂੰ ਜਮਦੂਤ ਡੰਡੇ ਨਹੀਂ ਮਾਰ ਸਕਦੇ। ਜੈਸਾ ਰੰਗ ਕੁਸੁੰਭ ਕਾ ਤੈਸਾ ਇਹ ਸੰਸਾਰ। ਇੱਕ ਮਜੀਠ ਹੁੰਦਾ ਫੁੱਲ, ਇੱਕ ਕਸੁੰਬੜਾ ਹੁੰਦਾ ਹੈ। ਕਸੁੰਬੜੇ ਤੋਂ ਛੋਟਾ ਬਣਾਇਆ ਕਸੁੰਭ। ਇਹ ਜਿਹੜਾ ਫੁੱਲ ਹੈ 12 ਘੰਟਿਆਂ ਲਈ ਖਿੜਦਾ ਬਸ। ਇਹਦਾ ਰੰਗ ਬੜਾ ਹੀ ਸ਼ੋਖ ਹੁੰਦਾ, ਲਾਲ ਸੁਰਖ ਰੰਗ ਹੁੰਦਾ ਹੈ, ਪਰ ਇਹ ਫਿੱਕਾ ਹੁੰਦਾ। ਇੱਕ ਮਜੀਠ ਹੁੰਦਾ ਬੂਟਾ, ਉਹਦੇ ਜਿਹੜੇ ਦਾਣੇ ਨੇ ਪੀ ਕੇ ਉਸ ਰੰਗ ਤਿਆਰ ਕੀਤਾ ਜਾਂਦਾ। ਉਹ ਜਿਹੜਾ ਰੰਗ ਹੈ ਫਿਰ ਪੱਕਾ ਹੁੰਦਾ। ਜਿਵੇਂ ਅੱਜ ਕੱਲ੍ਹ ਪੱਕਾ ਰੰਗ ਪੱਗਾਂ ਨੂੰ ਚਾੜਦੇ, ਜਦ ਛੋਟੇ ਹੁੰਦੇ ਸੀ, ਹਾਂ ਜਦੋਂ ਪੱਗ ਧੋਣੀ ਉਹਦੇ ਨੂੰ ਰੰਗਣਾ। ਹੌਲੀ ਹੌਲੀ ਪੱਕੇ ਰੰਗਾਂ ਵਾਲੀਆਂ ਪੱਗਾਂ ਕਿ ਜਿੰਨੀ ਵਾਰੀ ਮਰਜ਼ੀ ਧੋ ਜੋ ਰੰਗ ਨਹੀਂ ਉੱਡਦਾ ਹੈ। ਇਹਨੂੰ ਕਹਿੰਦੇ ਮਜੀਠ ਰੰਗ। ਜੈਸਾ ਰੰਗ ਕਸੁੰਭ ਕਾ, ਕਸੁੰਭੜੇ ਦਾ ਜਿਹੜਾ ਰੰਗ ਹੈ ਉਹ ਹੁੰਦਾ ਤੇ ਸ਼ੋਖ ਹੈ, ਪਰ ਥੋੜ੍ਹੀ ਦੇਰ ਰਹਿਣ ਵਾਲਾ ਹੈ। ਤੈਸਾ ਇਹ ਸੰਸਾਰ, ਇਸੇ ਤਰੀ ਇਹ ਸੰਸਾਰ, ਇਹ ਥੋੜ੍ਹੀ ਦੇਰ ਅਸੀਂ ਇਸ 'ਚ ਰਹਿਣਾ ਹੈ, ਕੋਈ ਬਹੁਤਾ ਸਮਾਂ ਤੇ ਇਸ 'ਚ ਰਹਿਣਾ ਨਹੀਂ ਹੈ। ਮੇਰੇ ਰਮਈਏ ਰੰਗ ਮਜੀਠ ਕਾ, ਕੋ ਰਵਿਦਾਸ ਚਮਾਰ। ਭਗਤ ਰਵਿਦਾਸ ਜੀ ਕਹਿੰਦੇ ਕਿ ਮੇਰਾ ਜਿਹੜਾ ਰਵੱਈਆ ਹੈ, ਪਰਮਾਤਮਾ ਜਿਹੜਾ ਹੈ, ਉਹਦੇ ਨਾਮ ਦਾ ਜਿਹੜਾ ਰੰਗ ਨਾ ਉਹ 'ਤੇ ਮਜੀਠ ਹੈ, ਉਹ 'ਤੇ ਪੱਕਾ ਹੈ, ਉਹ ਪੱਕਾ ਰੰਗ ਹੈ। ਇਹ ਸੰਸਾਰ ਦੇ ਜਿੰਨੇ ਪਦਾਰਥ ਨੇ ਇਹਨਾਂ ਦਾ ਰੰਗ ਕੱਚਾ ਹੈ। ਇਹ ਪਦਾਰਥ ਬਿਨਸ ਜਾਣ ਵਾਲੇ ਹਨ, ਪਰ ਜਿਹੜਾ ਨਾਮ ਦਾ ਰੰਗ ਹੈ ਉਹ ਮਜੀਠ ਹੈ, ਉਹ ਪੱਕਾ ਹੈ, ਸਦਾ ਰਹਿਣ ਵਾਲਾ ਹੈ। ਗੌੜੀ ਪੂਰਬੀ ਰਵਿਦਾਸ ਜੀਓ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਦਾ ਨਾਂ ਹੈ ਗੌੜੀ ਪੂਰਬੀ। ਕਿਹਦੀ ਬਾਣੀ ਹੈ? ਰਵਿਦਾਸ ਜੀਓ ਦੀ। ਇੱਥੇ ਦੇਖੋ ਫਿਰ ਲਿਖਿਆ, ਵਾਰੀ ਵਾਰੀ ਸਿੱਖ ਨੂੰ ਦ੍ਰਿੜ ਕਰਾਇਆ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਿ ਪਰਮਾਤਮਾ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਯਤਨ ਤੇ ਅਸੀਂ ਕਰਨੇ ਨੇ, ਪਰ ਕਿਰਪਾ ਗੁਰੂ ਨੇ ਕਰਨੀ। ਸਾਡਾ ਕੰਮ ਹੈ ਯਤਨ ਕਰਨਾ, ਫਲ ਤੇ ਪਰਮਾਤਮਾ ਨੇ ਲਾਉਣਾ ਹੈ। ਫਲ ਸਾਡੇ ਵੱਸ ਨਹੀਂ ਹੈ। ਕਈ ਬੱਚੇ ਮੈਂ ਦੇਖਿਆ ਸਾਰਾ ਸਾਲ ਪੜ੍ਹਦੇ ਰਹਿੰਦੇ ਨੇ, ਪੇਪਰਾਂ ਜਾ ਕੇ ਅਚਾਨਕ ਬਿਮਾਰ ਹੋ ਗਏ, ਜਾਂ ਕੋਈ ਦੁਰਘਟਨਾ ਹੋ ਗਈ, ਐਕਸੀਡੈਂਟ ਹੋ ਗਏ, ਜਾਂ ਕਿਸੇ ਪੇਪਰ ਦੇ ਵਿੱਚ ਕੋਈ ਖਾਸ ਰਿਸ਼ਤੇਦਾਰ ਦੀ ਡੈਥ ਹੋ ਗਈ, ਘਰ 'ਚ ਰੋਣਾ ਪਿੱਟਣਾ ਸ਼ੁਰੂ ਹੋ ਗਿਆ, ਬੱਚਾ ਪੜ੍ਹਨ ਦੀ ਉਸ ਪੇਪਰ 'ਚ ਫੇਲ ਹੋ ਜਾਂਦਾ। ਜਦੋਂ ਮੈਂ 10ਵੀਂ ਦੇ ਪੇਪਰ ਐਨੂਅਲ ਵੇਖਿਆ ਕਰਦਾ ਸੀ, ਇੱਕ ਲੜਕੀ ਦਾ ਮੈਨੂੰ ਪੇਪਰ ਆਇਆ, ਜਿੱਥੋਂ ਦੀ ਬੀਬੀ ਜਗੀਰ ਕੌਰ ਭਲਾਸ ਦੇ ਏਰੀਏ ਦੀ, ਉਹਦੇ ਪਿੰਡ ਦਾ ਸੀ। ਮੈਨੂੰ ਪੇਪਰ ਆਇਆ, ਉਸ ਲੜਕੀ ਨੇ ਪੰਜਾਬੀ 'ਚ ਲਿਖਿਆ ਵੀ ਸਰ ਜੀ, ਮੈਡਮ ਜੀ, ਵੀ ਮੈਨੂੰ ਪਤਾ ਨਹੀਂ ਤੁਸੀਂ ਸਰ ਹੋ ਕਿ ਮੈਡਮ ਹੋ। ਲੜਕੀ ਪਤਾ ਕਿਹਦੇ ਕੋਲ ਪੇਪਰ ਕਰਨਾ ਵੀ ਅੰਗਰੇਜ਼ੀ ਦੇ ਪੇਪਰ ਤੋਂ ਇੱਕ ਦਿਨ ਪਹਿਲਾਂ ਵੀ ਮੇਰੇ ਪਿਤਾ ਜੀ ਸਵਰਗਵਾਸ ਹੋ ਗਏ, ਇਸ ਲਈ ਮੈਂ ਇਹ ਪੇਪਰ ਦੀ ਤਿਆਰੀ ਨਹੀਂ ਕਰ ਸਕੀ।
ਕਿਰਪਾ ਕਰਕੇ ਮੈਨੂੰ ਪਾਸ ਕੀਤਾ ਜਾਵੇ। ਜੇ ਤੁਹਾਨੂੰ ਨਹੀਂ ਵਿਸ਼ਵਾਸ ਤਾਂ ਮੇਰਾ ਫਲਾਣਾ ਪਿੰਡ ਹੈ, ਮੇਰੇ ਪਿਤਾ ਦਾ ਆਹ ਨਾਂ ਹੈ, ਤੁਸੀਂ ਪਿੰਡ 'ਚੋਂ ਪਤਾ ਕਰ ਸਕਦੇ ਹੋ। ਬਾਕੀ ਉਹਨੇ ਪੇਪਰ ਕਰਤਾ। ਕੁਦਰਤੀ ਉਸੇ ਪਿੰਡ ਦਾ ਟੀਚਰ ਮੇਰੇ ਨਾਲ ਲੱਗਾ ਹੋਇਆ ਸੀ। ਮੈਂ ਕਿਹਾ ਯਾਰ ਇਸ ਤਰ੍ਹਾਂ ਇੱਕ ਤੇਰੇ ਪਿੰਡ ਦੀ ਲੜਕੀ ਦਾ ਪੇਪਰ ਮੇਰੇ ਕੋਲ ਆਇਆ 10ਵੀਂ ਦਾ ਅੰਗਰੇਜ਼ੀ ਦਾ, ਉਹਨੇ ਐਂ ਲਿਖਿਆ। ਉਦੋਂ ਟੈਲੀਫੋਨ 'ਤੇ ਹੁੰਦੇ ਨਹੀਂ ਸੀ। ਉਹਨੇ ਆਪਣੇ ਮਾਤਾ ਪਿਤਾ ਨੂੰ ਚਿੱਠੀ ਲਿਖੀ ਬਈ ਕੀ ਫਲਾਣਾ ਬੰਦਾ ਇੰਨੀ ਤਰੀਕ ਨੂੰ ਮਰ ਗਿਆ, ਵੀ ਸਹੀ ਸਾਨੂੰ ਦੱਸੋ ਫਟਾਫਟ, ਮੁੜਦੀ ਡਾਕੇ। ਉਹਨਾਂ ਦਾ ਮੈਂ ਉਹਦਾ ਪੇਪਰ ਅੱਡ ਕਰਕੇ ਰੱਖਤਾ ਵੀ ਚਲੋ ਮੈਂ ਬਾਕੀ ਵੇਖਦਾ ਵੀ ਇਹ। ਉਹ ਆ ਗਿਆ ਜੀ, ਵਾਕਈ ਉਹਦੇ ਪਿਤਾ ਸਵਰਗਵਾਸ ਹੋ ਗਏ। ਮੈਂ ਚੱਲ ਯਾਰ ਤਾਂ ਟ੍ਰੈਜਡੀ ਹੋ ਗਈ ਵੀ ਬੱਚੇ ਨੂੰ ਪਾਸ ਕਰ ਦੇਣਾ ਚਾਹੀਦਾ। ਕੁਦਰਤੀ 20 ਪੇਪਰ ਸੀ, ਗ੍ਰਾਮਰ ਦਾ ਪੇਪਰ ਸੀ, ਮੈਂ ਕਿਤੋਂ ਅੱਧਾ ਵਧਾ ਕੇ ਦੇ ਕੇ ਕਰ ਕਿਤੋਂ ਕੁਛ ਕਰ, ਉਹਦੇ ਮੈਂ 33 ਨੰਬਰ ਕਰਤੇ, ਪਾਸ ਕਰਤਾ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਬੱਚੇ ਨੇ ਕਈ ਵਾਰੀ ਮਿਹਨਤ ਕੀਤੀ ਤੇ ਸਾਰਾ ਸਾਲ ਕਿਸੇ ਕਾਰਨ ਦੁਰਘਟਨਾ ਹੋ ਜਾਂਦੀ, ਉਹਦੀ ਸਾਰੀ ਮਿਹਨਤ ਵਿਅਰਥ ਚਲੀ ਜਾਂਦੀ ਹੈ। ਪਰ ਜਿਹੜੀ ਤੁਸੀਂ ਇਹ ਬਾਣੀ ਪੜ੍ਹੋਗੇ, ਨਾਮ ਜਪੋਗੇ, ਇਹ ਜਿਹੜੀ ਮਿਹਨਤ ਹੈ ਵਿਅਰਥ ਨਹੀਂ ਜਾਂਦੀ, ਇਹਨੇ ਆਪਣਾ ਫਲ ਦੇਣਾ ਹੀ ਦੇਣਾ। ਸਭ ਤੋਂ ਵੱਡੀ ਗੱਲ ਆ ਹੈ ਇੱਕ ਤਿਲ ਨਹੀਂ ਭੰਨੈ ਘਾਲੇ। ਤੁਸੀਂ ਇੱਕ ਵਾਰ ਵੀ ਵਾਹਿਗੁਰੂ ਕਹਤਾ ਨਾ, ਇਹਦਾ ਵੀ ਤੁਹਾਨੂੰ ਫਲ ਮਿਲਦਾ। ਇੱਕ ਵਾਰ ਵੀ ਤੁਸੀਂ ਵਾਹਿਗੁਰੂ ਕਹਤਾ, ਉਹਦਾ ਵੀ ਤੁਹਾਨੂੰ ਫਲ ਮਿਲਦਾ। ਇਹ ਨਹੀਂ ਵਿਅਰਥ ਜਾਂਦੀ। ਬਾਕੀ ਕਈ ਮਿਹਨਤਾਂ ਬੰਦੇ ਦੀਆਂ ਵਿਅਰਥ ਚਲੀਆਂ ਜਾਂਦੀਆਂ। ਹੁਣ ਭਗਤ ਰਵਿਦਾਸ ਜੀ ਕਹਿੰਦੇ ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨ ਬੂਝ। ਕੂਪ ਹਿੰਦੀ ਦਾ ਸ਼ਬਦ ਹੈ ਖੂਹ। ਆਹ ਜਿਹੜਾ ਟਿਊਬ ਵੈੱਲ ਹੈ, ਇਹਨੂੰ ਹਿੰਦੀ ਵਾਲੇ ਕਹਿੰਦੇ ਨਲਕੂਪ। ਇਹਨੂੰ ਕੀ ਕਹਿੰਦੇ ਨੇ? ਨਲਕੂਪ। ਉਹ ਖੂਹ ਜਿਸ ਦੇ ਵਿੱਚ ਨਾਲੀ ਪੈਂਦੀ ਹੈ, ਨਾਲੀਆਂ ਪੈਂਦੀਆਂ ਨੇ, ਪਾਈਪਾਂ ਪੈਂਦੀਆਂ, ਇਹਨੂੰ ਹਿੰਦੀ ਵਾਲੇ ਕਹਿੰਦੇ ਨੇ ਨਲਕੂਪ, ਟਿਊਬ ਵੈੱਲ। ਵੈੱਲ ਖੂਹ ਅਤੇ ਟਿਊਬ ਹੁੰਦੀ ਵਿੱਚ। ਹਿੰਦੀ ਵਾਲੇ ਇਸ ਨੂੰ ਨਲਕੂਪ ਕਹਿੰਦੇ। ਇਕੱਲਾ ਕੂਪ ਖੂਹ ਹੁੰਦਾ, ਆਪਾਂ ਖੂਹ ਕਹਿੰਦੇ, ਹਿੰਦੀ ਵਾਲੇ ਕੂਪ ਕਹਿੰਦੇ। ਦਾਦਰਾ ਹੁੰਦਾ ਡੱਡੂ, ਕਿਉਂਕਿ ਉਧਰਲੀ ਬੋਲੀ ਹੈ। ਰਵਿਦਾਸ ਜੀ ਯੂਪੀ ਦੇ ਸਨ, ਉਧਰਲੀ ਬੋਲੀ ਦਾਦਰ ਹੁੰਦਾ ਡੱਡੂ। ਕੂਪ ਭਰਿਓ ਜੈਸੇ ਦਾਦਰਾ, ਜਿਵੇਂ ਡੱਡੂਆਂ ਦਾ ਖੂਹ ਭਰਿਆ ਹੋਇਆ ਹੋਵੇ। ਕਛੂ ਦੇਸ ਵਿਦੇਸ ਨਾ ਬੂਝ, ਪਰ ਉਹਨਾਂ ਨੂੰ ਖੂਹ ਤੋਂ ਬਾਹਰ ਕੀ ਹੈ, ਦੇਸ਼ ਕੀ ਹੋ ਰਿਹਾ, ਵਿਦੇਸ਼ ਕੀ ਹੋ ਰਿਹਾ, ਉਹਨਾਂ ਨੂੰ ਕੋਈ ਗਿਆਨ ਨਹੀਂ ਹੈ। ਕਿਉਂਕਿ ਖੂਹ ਤੋਂ ਬਾਹਰ ਨਿਕਲ ਨਹੀਂ ਸਕਦੇ, ਵਿੱਚ ਹੀ ਰਹਿੰਦੇ ਨੇ। ਉਹਨਾਂ ਕੋਈ ਗਿਆਨ। ਜਿਸ ਬੰਦੇ ਨੂੰ ਥੋੜ੍ਹਾ ਗਿਆਨ ਹੋਵੇ, ਕਹਾਵਤ ਇਹ ਖੂਹ ਦਾ ਡੱਡੂ ਹੈ ਵੀ ਇਹਨੂੰ ਬਹੁਤ ਘੱਟ ਗਿਆਨ ਹੈ। ਜਿੰਨੇ ਕਿ ਏਰੀਏ 'ਚ ਰਹਿੰਦਾ ਉਹਨਾਂ ਕਿਸ ਨੂੰ ਗਿਆਨ ਹੈ। ਇੱਕ ਵਾਰੀ ਕਿਸੇ ਛੱਪੜ ਦਾ ਡੱਡੂ ਸੀ, ਬਹੁਤ ਵੱਡੇ ਛੱਪੜ ਦਾ। ਉਹ ਡੱਡੂ ਨੂੰ ਸਰੋਵਰ ਸਮਝਦਾ, ਸਰੋਵਰ ਦਾ ਡੱਡੂ। ਮੀਂਹ ਪੈ ਗਿਆ ਬਹੁਤ ਜ਼ੋਰ ਦੀ, ਸਰੋਵਰ ਉਛਲ ਗਿਆ। ਉਹ ਡੱਡੂ ਰੁੜਦਾ ਖੂਹ 'ਚ ਜੜ ਗਿਆ। ਅੰਦਰਲੇ ਖੂਹ ਵਾਲੇ ਡੱਡੂ ਕਹਿੰਦੇ ਤੂੰ ਕਿੱਥੋਂ ਆਇਆ? ਕਹਿੰਦਾ ਮੈਂ ਸਰੋਵਰ 'ਚੋਂ ਆਇਆ। ਕਹਿੰਦੇ ਉਹ ਕਿੱਡਾ ਵੱਡਾ ਹੁੰਦਾ? ਕਹਿੰਦਾ ਉਹ ਬਹੁਤ ਵੱਡਾ ਹੁੰਦਾ। ਇੱਕ ਡੱਡੂ ਨੇ ਇੱਕ ਪਾਸੋਂ ਛਾਲ ਮਾਰੀ ਖੂਹ 'ਚ। ਕਹਿੰਦਾ ਐਡਾ ਹੁੰਦਾ? ਕਹਿੰਦਾ ਨਹੀਂ, ਉਹ ਬਹੁਤ ਵੱਡਾ ਹੁੰਦਾ। ਉਹਨੇ ਹੋਰ ਛਾਲ ਅੱਗੇ ਤੱਕ ਮਾਰੀ। ਕਹਿੰਦਾ ਐਡਾ ਹੁੰਦਾ? ਕਹਿੰਦਾ ਨਹੀਂ, ਉਹ ਤਾਂ ਬਹੁਤ ਵੱਡਾ ਹੁੰਦਾ। ਡੱਡੂ ਨੇ ਇੱਕ ਸਿਰ ਤੋਂ ਖੂਹ ਦੇ ਦੂਜੇ ਸਿਰੇ ਤੱਕ ਛਾਲ ਮਾਰਤੀ। ਕਹਿੰਦਾ ਐਡਾ ਹੁੰਦਾ? ਕਹਿੰਦਾ ਨਹੀਂ, ਉਹ ਸਰੋਵਰ ਬਹੁਤ ਵੱਡਾ ਹੁੰਦਾ। ਕਹਿੰਦਾ ਤੂੰ ਝੂਠ ਬੋਲਦਾ, ਐਡੋ ਵੱਡਾ ਨਹੀਂ ਹੋ ਸਕਦਾ। ਉਹਨਾਂ ਗਿਆਨ ਹੀ ਨਹੀਂ ਸੀ। ਉਹਦਾ ਗਿਆਨ, ਉਹਨਾਂ ਦਾ ਗਿਆਨ ਇੰਨਾ ਕੋਈ ਸੀ, ਉਸ ਤੋਂ ਵੱਧ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਸੀ ਆਉਂਦਾ। ਜੇ ਬਹੁਤ ਲੋਕ ਕਹਿੰਦੇ ਕੋਈ ਰੱਬ ਰੁੱਬ ਨਹੀਂ ਹੈਗਾ, ਕਿਉਂਕਿ ਉਹਨਾਂ ਦਾ ਗਿਆਨ ਲਿਮਟਡ ਹੈ, ਸੀਮਿਤ ਗਿਆਨ ਹੈ। ਉਹ ਕਹਿੰਦੇ ਕੋਈ ਰੱਬ ਰੁੱਬ ਨਹੀਂ ਹੈਗਾ। ਜਿੰਨਾ ਕੁ ਗਿਆਨ ਕਿਸੇ ਦਾ ਉਨੀ ਹੀ ਗੱਲ ਕਰਨੀ ਹੁੰਦੀ ਹੈ ਉਹਨਾਂ ਨੂੰ। ਕੋਈ ਕਹਿੰਦਾ 7 ਆਕਾਸ਼ ਨੇ 7 ਪਤਾਲ ਨੇ, ਉਹਨਾਂ ਨੂੰ ਇੰਨਾ ਹੀ ਗਿਆਨ ਸੀ। ਗੁਰੂ ਮਹਾਰਾਜ ਕੇ ਲੱਖਾਂ ਆਕਾਸ਼ ਲੱਖਾਂ ਪਤਾਲ ਨੇ, ਗੁਰੂ ਨਾਨਕ ਨੂੰ ਇੰਨਾ ਗਿਆਨ ਸੀ। ਜਿੰਨਾ ਗਿਆਨ ਹੁੰਦਾ
ਉਦੋਂ ਵੱਧ ਜੇ ਤੁਸੀਂ ਗੱਲ ਕਰੋ ਤੁਹਾਡੇ ਮੰਨਣ ਨੂੰ ਤਿਆਰ ਨਹੀਂ ਹੁੰਦਾ, ਉਦੋਂ ਮੰਨਣ ਨੂੰ ਤਿਆਰ ਨਹੀਂ ਹੁੰਦਾ ਵੀ ਇੰਨਾ ਕਿਵੇਂ ਹੋ ਸਕਦਾ। ਕਹੇ ਜਿਵੇਂ ਖੂਹ ਦੇ ਡਡੂਰ ਨਾ, ਉਹਨਾਂ ਦੇਸ਼ ਵਿਦੇਸ਼ ਦੀ ਕੋਈ ਸੋਝੀ ਨਹੀਂ ਹੈ, ਉਹਨਾਂ ਨੂੰ ਬਾਹਰਲੀ ਕੋਈ ਸੋਝੀ ਨਹੀਂ ਹੈ। ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛੁ ਆਰਾ ਪਾਰ ਨਾ ਸੂਝ। ਇਸੇ ਤਰ੍ਹਾਂ ਮੇਰਾ ਮਨ ਵਿਖਿਆ, ਮੈਨੇ ਮਾਇਆ ਵਿਸ਼ੇ ਵਿਕਾਰ, ਵਿਸ਼ੇ ਵਿਕਾਰਾਂ ਨੇ ਬੁਰਾਈਆਂ ਨੂੰ ਮੇਰੇ ਮਨ ਨੂੰ ਮੋਹ ਲਿਆ ਹੈ। ਕਛੁ ਆਰਾ ਪਾਰ ਨਾ ਸੂਝ, ਮੈਨੂੰ ਉਰਲੇ ਪਰਲੇ ਬੰਨੇ ਦਾ ਪਤਾ ਹੀ ਨਹੀਂ ਲੱਗਦਾ ਹੈਗਾ। ਮੈਨੂੰ ਇਸ ਸੰਸਾਰ ਦੇ ਪਰਮਾਤਮਾ ਦੇ ਉਰਲੇ ਪਰਲੇ ਬੰਨੇ ਦਾ ਪਤਾ ਹੀ ਨਹੀਂ ਲੱਗਦਾ, ਕਿਉਂਕਿ ਮੇਰਾ ਜਿਹੜਾ ਮਨ ਹੈ ਉਹ ਤਾਂ ਮਾਇਆ 'ਚ ਲੱਗਿਆ ਹੋਇਆ। ਹਾਂ, ਬੇਮੋਹਿਆ ਚੰਗੀ ਤਰ੍ਹਾਂ। ਹਾਂ, ਜਿਵੇਂ ਖਾਲਸਾ ਤਾਹੇ ਨਖਾਲਸ ਜਾਣੈ, ਉਂਝ ਆਪਾਂ ਸਿੱਧਾ ਕਰਾਂ ਵੀ ਨਖਾਲਸ ਜਿਹੜਾ ਖਾਲਸ ਨਹੀਂ ਹੈ, ਪਾ ਪੂਰੀ ਤਰ੍ਹਾਂ ਖਾਲਸ। ਜਿਵੇਂ ਨਿਬੱਗ ਹੈ, ਹਾਂ ਪੂਰੀ ਤਰ੍ਹਾਂ ਚਿੱਟਾ, ਇਸ ਤਰ੍ਹਾਂ ਲਾਇਆ ਲੱਗੇ। ਸੋ ਇਸ ਤਰ੍ਹਾਂ ਕਹਿੰਦਾ ਮੇਰਾ ਮਨ ਤੇ ਮਾਇਆ ਨੇ ਮੋਹਿਆ ਹੋਇਆ, ਇਹਨੂੰ ਮਾਇਆ ਤੋਂ ਪਰਾਂ ਪਤਾ ਹੀ ਨਹੀਂ ਕੀ ਹੈ। ਇਹਦੀ ਸੋਚ ਮਾਇਆ ਤੱਕ ਹੈ, ਮਾਇਆ ਤੋਂ ਪਰਾਂ ਕੀ ਹੈ ਕਹਿੰਦੇ ਇਹਨੂੰ ਕੋਈ ਸੋਚ ਪਤਾ ਨਹੀਂ ਹੈ। ਜਿਵੇਂ ਡੱਡੂਆਂ ਨੂੰ ਖੂਹ ਤੋਂ ਪਰਾਂ ਨਹੀਂ ਪਤਾ ਕੀ ਹੈ। ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ ਦਿਖਾਏ ਜੀ। ਸਗਲ ਭਵਨ, ਉਹ ਤੇ ਤਿੰਨ ਭਵਨ ਗਿਣੇ ਗਏ ਨੇ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ। ਇਹ ਤਿੰਨ ਭਵਨ। ਨਾਇਕਾ ਹੁੰਦਾ ਮਾਲਕ। ਹੈ ਤਿੰਨਾਂ ਭਵਨਾਂ ਦੇ ਮਾਲਕ, ਇੱਕ ਛਿਨ ਦਰਸ ਦਿਖਾਏ। ਛਿਨ ਇੱਕ ਸੈਕਿੰਡ, ਹੈ ਭਾਵ ਹੈ ਪਰਮਾਤਮਾ ਮੈਨੂੰ ਇੱਕ ਸੈਕਿੰਡ ਲਈ ਦਰਸ਼ਨ ਦੇ ਦੇ ਆਪਣੇ। ਰਹਾਉ ਮਲਿਨ ਪਈ ਮਤ ਮਾਧਵ, ਤੇਰੀ ਗਤ ਲਖੀ ਰ ਜਾਏ। ਮਲਿਨ ਦਾ ਮਲੀਨ, ਗੰਦੀ। ਮੇਰੀ ਜਿਹੜੀ ਮਤ ਹੈ ਇਹ ਤੇ ਗੰਦੀ ਹੋ ਗਈ ਹੈ, ਮਲੀਨ ਹੋ ਗਈ ਹੈ। ਮਾਧਵ ਮਨੇ ਹੈ ਪਰਮਾਤਮਾ, ਤੇਰੀ ਗਤ ਲਖੀ ਰ ਜਾਏ, ਮੈਂ ਤੇਰੀ ਗਤੀ ਨੂੰ ਸਮਝ ਹੀ ਨਹੀਂ ਸਕਦਾ। ਤੂੰ ਕੀ ਕਰਦਾ, ਤੂੰ ਕੀ ਕਰ ਸਕਦਾ ਹੈ, ਕਹਿੰਦੇ ਇਹ ਨਹੀਂ ਮੈਨੂੰ ਸਮਝ ਆਉਂਦੀ, ਕਿਉਂਕਿ ਮੇਰੀ ਮਤ ਬਲੀਨ ਹੋ ਗਈ ਹੈ। ਮੇਰੀ ਮਤ ਉੱਚੀ ਨਹੀਂ ਹੈ, ਮੇਰੀ ਮਤ ਥੋੜ੍ਹੀ ਰਾਮ, ਥੋੜ੍ਹੀ ਹੋਣ ਕਰਕੇ ਕਿ ਤੇਰੀ ਗਤੀ ਨੂੰ ਇਹ ਸਮਝਦੇ ਹੀ ਨਹੀਂ ਹੈਗਾ। ਕਰੋ ਕਿਰਪਾ ਪ੍ਰਮ ਚੂਕੀ, ਮੈਂ ਸਮਤ ਦੇਹੋ ਸਮਝਾਏ। ਹੇ ਪਰਮਾਤਮਾ ਮੈਨੂੰ ਦਿਓ ਸਮਤ। ਇੱਕ ਹੁੰਦੀ ਮਤ, ਮਤ ਤੇ ਸਾਰਿਆਂ 'ਚ, ਕਿਸੇ 'ਚ ਹੁੰਦੀ ਕੁਮਤ, ਕਿਸੇ 'ਚ ਹੁੰਦੀ ਸਮਤ, ਕਿਸੇ 'ਚ ਹੁੰਦੀ ਭੈੜੀ ਮਤ, ਕਿਸੇ 'ਚ ਹੁੰਦੀ ਚੰਗੀ ਮਤ। ਜਿਵੇਂ ਪੁੱਤਰ ਦੇ ਸਾਰੇ ਹੀ ਨੇ, ਕੋਈ ਸਪੁੱਤਰ ਹੈ, ਕੋਈ ਕਪੁੱਤਰ ਹੈ, ਕੋਈ ਮਾਂ ਪਿਓ ਦੇ ਆਖੇ ਲੱਗਣ ਵਾਲਾ ਹੈ, ਕੋਈ ਲੜਨ ਵਾਲਾ ਹੈ, ਕਬੂਤਰ। ਸੋ ਤਿੰਨੋਂ ਹੀ ਅਵਸਥਾਵਾਂ ਹੁੰਦੀਆਂ ਹਨ। ਸੋ ਕਹਿੰਦੇ ਸਗਲ ਭਵਨ ਕੇ ਨਾਇਕਾ, ਅੱਛਾ ਮਲਨ ਪਈ ਮਤ ਮਾਧਵ, ਹੈ ਪਰਮਾਤਮਾ ਮੇਰੀ ਮਤ ਤਾਂ ਮਲੀਨ ਹੋ ਗਈ, ਗੰਦੀ ਹੋ ਗਈ ਹੈ। ਤੇਰੀ ਗਤ ਲਖੀ ਰ ਜਾਏ, ਇਸ ਲਈ ਤੇਰੀ ਗਤੀ ਨੂੰ ਮੈਂ ਜਾਣਦਾ ਹੀ ਨਹੀਂ। ਕਿਰਪਾ ਕਰੋ ਪ੍ਰਮ ਚੂਕੀ, ਮੈਂ ਸਮਤ ਦੇਹੋ ਸਮਝਾਏ। ਮੈਨੂੰ ਸਮਤ ਦਿਓ ਤਾਂ ਜੋ ਮੇਰੇ ਅੰਦਰੋਂ ਭਰਮ ਖਤਮ ਹੋ ਜਾਏ। ਭਰਮ ਖਤਮ ਹੋਏਗਾ ਕਿ ਤਾਂ ਹੀ ਤੇਰੇ ਦਰਸ਼ਨ ਹੋਣਗੇ ਨਾ, ਇਸ ਲਈ ਮੈਨੂੰ ਸਮਤ ਦਿਓ। ਮੇਰੇ ਅੰਦਰ ਸਮਤ ਨਹੀਂ ਹੈ, ਮੇਰੀ ਮਤ ਮਲੀਨ ਹੋ ਗਈ, ਗੰਦੀ ਹੋ ਗਈ। ਮੈਨੂੰ ਸਮਤ ਦਿਓ, ਮੇਰਾ ਭਰਮ ਖਤਮ ਹੋ ਜਾਵੇ। ਭਰਮ ਕੀ ਹੈ? ਇੱਕ ਮਾਇਆ ਹੈ, ਇੱਕ ਰੱਬ ਹੈ। ਭਰਮ ਕੀ ਹੈ ਕਿ ਸਾਰੇ ਸੁੱਖ ਮਾਇਆ ਵਿੱਚ ਹਨ, ਰੱਬ ਤੋਂ ਆਪਾਂ ਨੇ ਕੀ ਲੈਣਾ। ਮਾਇਆ ਹੋਣੀ ਚਾਹੀਦੀ, ਬਸ ਸਭ ਕੁਝ ਠੀਕ ਹੈ। ਇਹ ਭਰਮ ਹੈ। ਜਦੋਂ ਮਾਇਆ ਹੁੰਦੀ ਹੈ ਉਹਦੇ ਨਾਲ ਰਾਜੀ ਨਹੀਂ ਆਉਂਦਾ। ਜਦੋਂ ਬੰਦਾ ਗਰੀਬ ਹੁੰਦਾ ਉਹ ਕਹਿੰਦੇ ਮੇਰੇ ਕੋਲ ਲੱਖ ਹੋਵੇ ਨਾ, ਬੱਲੇ ਬੱਲੇ ਬਹੁਤ ਹੈ। 22-400 ਦੀ ਲੱਖ ਦੀ ਲਾਟਰੀ ਨਿਕਲੇ, ਉਹ ਪਹਿਲਾਂ ਮੋਟਰਸਾਈਕਲ ਲਊਗਾ, 60-65 ਹਜ਼ਾਰ ਦਾ ਤਾਂ ਉਹੀ ਆ ਗਿਆ। ਕੋਈ ਕੱਪੜੇ ਜੁੱਤੇ ਸਿਲਾ ਲੂਗਾ, ਲੱਖ ਲੱਗ ਗਿਆ, ਘਰ ਤੇ ਪਾ ਹੀ ਨਹੀਂ ਸਕਿਆ। ਉਹ ਕਹੇਗਾ ਓਹੋ ਇਹ ਤਾਂ ਥੋੜ੍ਹੇ ਨੇ, 10 ਲੱਖ ਚਾਹੀਦਾ। 10 ਲੱਖ ਹੁੰਦਾ ਘਰ ਪਾਉਂਦਾ, ਘਰ ਪੈਂਦਾ 15 ਲੱਖ ਦਾ। ਉਹ ਕਹਿੰਦਾ ਨਹੀਂ ਯਾਰ ਕਰੋੜ ਚਾਹੀਦਾ। ਕਰੋੜ ਹੁੰਦਾ ਸਟੈਂਡਰਡ ਹਾਈ ਹੋ ਜਾਂਦਾ, ਉਹ ਥੋੜ੍ਹੇ ਲੱਗਣ ਲੱਗ ਜਾਂਦੇ ਨੇ। ਇਹ ਬੰਦਾ ਨਹੀਂ ਰਾਜਦਾ ਹੈਗਾ।
ਅਡਾਨੀ ਅੰਬਾਨੀ ਅਰਬਾਂ ਖਰਬਾਂ ਪਤੀ ਨੇ। ਉਹਨਾਂ ਨੇ ਕੀ ਕੀਤਾ, ਸਰਕਾਰ ਨੂੰ ਖਰੀਦ ਲਿਆ। ਹੁਣ ਸਰਕਾਰ ਨੂੰ ਕਹਿਤਾ ਵੀ ਜਿੰਨੀ ਕਣਕ ਮੰਡੀਆਂ 'ਚ ਆਵੇ ਤੁਸੀਂ ਗੋਦਾਮਾਂ 'ਚ ਨਹੀਂ ਜਾਣ ਦੇਣੀ, ਮੰਡੀਆਂ 'ਚ ਅਸੀਂ ਸਿੱਧੀ ਹੀ ਖਰੀਦ ਲਾਂਗੇ। ਬਸ ਕਿਸਾਨਾਂ ਤੋਂ 2000 ਰੁਪਏ ਕੁਇੰਟਲ ਜਿੰਨਾ ਭਾਅ ਰੱਖਿਆ ਸਰਕਾਰ ਨੇ ਖਰੀਦ ਲੈਣਗੇ, ਅੱਗੇ 3000 3500 4000 ਜਾ ਕੇ ਵੇਚਣਗੇ। ਨਹੀਂ ਤਾਂ ਪਹਿਲਾਂ ਸਰਕਾਰ ਕਹਿੰਦੀ ਸੀ ਸਾਰੀ ਕਣਕ ਗੋਦਾਮਾਂ 'ਚ ਲੈ ਜਾਓ, ਉੱਥੋਂ ਫਿਰ ਲੋੜ ਅਨੁਸਾਰ ਅੱਗੇ ਅੱਗੇ ਦੇ ਚੱਲੇ। ਹੁਣ ਆਰਡਰ ਆ ਗਏ ਨੇ ਕਿ ਗੋਦਾਮਾਂ 'ਚ ਨਹੀਂ ਕਣਕ ਰੱਖਣੀ, ਜਿਹੜੀ ਗੋਦਾਮਾਂ 'ਚ ਪਈ ਹੈ ਮੰਡੀਆਂ 'ਚ ਰਹਿਣ ਦਿਓ, ਇੱਥੋਂ ਹੀ ਸਿੱਧੇ ਲੈ ਕੇ ਜਾਣਗੇ। ਉਹਨਾਂ ਨੇ ਬੜੇ ਵੱਡੇ ਆਪਣੇ ਗੋਦਾਮ ਬਣਾ ਰੱਖੇ ਨੇ, ਉੱਥੇ ਜਾ ਕੇ ਰੱਖ ਦੇਣੀ ਹੈ ਅਤੇ ਬਸ ਫਿਰ ਮਹਿੰਗੇ ਭਾਅ ਵੇਚੀ ਜਾਣੀ ਹੈ। ਮੈਂ ਇੱਕ ਸਕੂਲ 'ਚ ਕੰਮ ਕੀਤਾ ਗੁੜਗਾਵਾਂ ਜ਼ਿਲ੍ਹੇ 'ਚ। ਉਹ ਜਿਹੜਾ ਬੰਦਾ ਸੀ, ਮੈਂ ਵੀ ਇਹ ਕਹਿੰਦੇ ਇੱਕ ਬੰਦੇ ਨੇ ਸਾਨੂੰ ਸਾਰਾ ਸਕੂਲ ਪਾ ਕੇ, ਹਾਈ ਸਕੂਲ ਪਾ ਕੇ ਦਿੱਤਾ। ਮੈਂ ਕੀ ਕਰਦਾ, ਕਹਿ ਜੀ ਉਹ ਬੰਬੇ ਹੈ, ਉਹਨੇ ਇੱਕ ਵਾਰੀ ਸਾਰੇ ਹਿੰਦੁਸਤਾਨ ਦੀ ਚਾਂਦੀ ਖਰੀਦ ਲਈ। ਉਹਨੂੰ ਸਿਲਵਰ ਕਿੰਗ ਕਹਿੰਦੇ ਸੀ। ਸਾਰੇ ਹਿੰਦੁਸਤਾਨ ਦੀ ਚਾਂਦੀ ਖਰੀਦ ਲਈ, ਫਿਰ ਮਹਿੰਗੇ ਭਾਅ ਵੇਚੀ, ਬਸ ਫਿਰ ਕਰੋੜਾਪਤੀ ਹੋ ਗਏ। ਸਾਰੇ ਹਿੰਦੁਸਤਾਨ ਦੀ ਚਾਂਦੀ ਖਰੀਦ ਲਈ, ਫਿਰ ਕਿਉਂਕਿ ਇਕੱਲੇ ਹੀ ਵੇਚਣ, ਉਹਨਾਂ ਦੀ ਰੇਟ ਵਧਾ। ਐਂ ਹੀ ਹੋਊਗਾ ਹੁਣ। ਹਾਂ, ਤੁਹਾਨੂੰ ਆਹੀ ਜਿਹੜਾ ਆਟਾ 40-40 ਰੁਪਏ ਕਿਲੋ ਮਿਲੇਗਾ। ਕਿਉਂ? ਸਾਰੇ ਸੰਸਾਰ ਦੀ 40% ਕਣਕ ਦੋ ਹੀ ਦੇਸ਼ਾਂ 'ਚ ਹੁੰਦੇ, ਰੂਸ ਅਤੇ ਜਿਸ ਨਾਲ ਦਾ ਲੱਗ ਗਿਆ ਲੜਾਈ, ਯੂਕਰੇਨ ਅਤੇ ਰੂਸ ਦੇ ਵਿੱਚ ਸਾਰੇ ਸੰਸਾਰ ਦੀ 40% ਕਣਕ ਹੁੰਦੀ ਹੈ। ਉਹ ਤਾਂ ਹੁਣ ਆਉਣੀ ਨਹੀਂ ਮਾਰਕੀਟ ਦੇ ਵਿੱਚ। ਬਾਕੀ ਜਿਹੜੀ ਰਹਿ ਗਈ ਹੈ ਉਹ ਹੁਣ ਜਿਹੜਾ ਹੈ 40% ਪੂਰਾ ਕਰਨਾ ਕਿ ਨਹੀਂ ਹੋ ਘੱਟ, ਇਹ ਮਹਿੰਗੇ ਪਾਵੇ ਕੇ ਬਸ। ਹੁਣ ਜਿੰਨਾ ਮੰਡੀਆਂ ਜਿਹੜਾ ਗੋਦਾਮਾਂ ਜਿੰਨਾ ਗੰਦ ਮੰਦ ਪਿਆ ਹੈ, ਕਣਕ ਖਰਾਬ ਸਭ ਵੇਚ ਵੂਚ ਦੇਣੀ। ਅਮੀਰਾਂ ਨੇ ਚੱਜ ਦੀ ਲੈ ਜਾਣੀ, ਤੁਹਾਨੂੰ ਆ ਚੱਕੀਆਂ 'ਤੇ ਫਿਰ ਉਹ ਗਲੀ ਸੜੀ ਦਾ ਆਟਾ ਮਿਲਿਆ ਕਰਨਾ। ਕਿਉਂ? ਨਵੀਂ ਕਣਕ ਦਾ ਤਾਂ ਤੁਹਾਨੂੰ ਆਟਾ ਹੀ ਨਹੀਂ ਮਿਲਣਾ, ਉਹ ਤਾਂ ਸਾਰੀ ਉਹਨਾਂ ਨੇ ਖਰੀਦ ਕੇ ਲੈ ਜਾਣੀ। ਮੰਡੀਆਂ ਕਾਹਦੇ ਨੇ, ਸਾਫ਼ ਉਹਨਾਂ ਨੂੰ। ਅਤੇ ਜਿਹੜੀ 3-4 ਸਾਲਾਂ ਦੀ ਪੁਰਾਣੀ ਪਈ ਹੋਈ ਹੈ ਉਹ ਤੁਹਾਨੂੰ ਵੇਚ ਦੇਣੀ ਹੁੰਦੀ। ਫਿਰ ਉਹ ਸੁਸਰੀ ਵਾਲੀ, ਉਹ ਹੋਰ ਕੀ ਪੈਨ ਕੀ ਕੋਈ ਲੱਗ, ਹਾਂ ਕਈ ਕੋਈ ਲੱਗ ਜਾਂਦਾ, ਉਹ ਪੀ ਪੂ ਕੇ ਬਸ ਤੁਹਾਨੂੰ ਵੇਚ ਦੇਣੀ। ਸੋ ਇਸੇ ਤਰ੍ਹਾਂ ਕਹਿੰਦੇ ਮੈਨੂੰ ਸਮਤ ਬਖਸ਼ੋ, ਮੇਰੇ ਅੰਦਰੋਂ ਭਰਮ ਖਤਮ ਹੋ ਜਾਏ ਅਤੇ ਮੈਂ ਨਾਮ ਜਪ ਸਕਾਂ। ਜੋਗੀਸਰ ਭਾਵੇਂ ਨਹੀਂ ਤੋ ਗੁਣ ਕਥਨਾ ਪਰਨ ਪੜ੍ਹਨਾ ਤੋ ਤੇਰੇ। ਜੋਗੀਸਰ ਦੇ ਵੱਡੇ ਜੋਗੀ, ਜੋਗੀਸਰ ਭਾਵੇਂ ਨਹੀਂ ਤੋ ਗੁਣ ਕਥਨ ਪਾਰ। हे ਪ੍ਰਮਾਤਮਾ, ਤੇਰੇ ਗੁਣ ਤੇ ਕਥਨ ਤੋਂ ਉੱਪਰ ਨੇ, ਤੇਰੇ ਗੁਣ ਬੇਅੰਤ ਨੇ। ਇਹਨਾਂ ਨੂੰ ਵੱਡੇ ਜੋਗੀ ਵੀ ਇਹਨਾਂ ਦਾ ਕਥਨ ਨਹੀਂ ਕਰ ਸਕਦੇ, ਇੰਨੇ ਤੇਰੇ ਗੁਣ ਹਨ। ਪ੍ਰੇਮ ਭਗਤ ਕੈ ਕਾਰਨ ਕਉ ਰਵਿਦਾਸ ਚਮਾਰ। ਭਗਤ ਰਵਿਦਾਸ ਜੀ ਆਪਣੀ ਜਾਤ ਵੀ ਨਾਲ ਦੱਸ ਰਹੇ ਨੇ। ਕਹਿੰਦੇ ਪ੍ਰੇਮ ਭਗਤ ਕੈ ਕਾਰਨ, ਪ੍ਰੇਮਾ ਭਗਤੀ ਦੇ ਕਾਰਨ ਹੈ ਪ੍ਰਮਾਤਮਾ ਤੂੰ ਮੈਨੂੰ ਦਰਸ਼ਨ ਦੇ। ਹੁਣ ਪਹਿਲਾਂ ਕਹਿੰਦੇ ਇੱਕ ਛਣ ਦਰਸ ਦਿਖਾਇਆ ਜੀ, ਉਹ ਕਹਿੰਦੇ ਮੈਂ ਤੈਨੂੰ ਪ੍ਰੇਮਾ ਭਗਤੀ ਕਰਦਾ, ਤੇਰੀ ਪ੍ਰੇਮਾ ਭਗਤੀ ਕਰਦਾ ਅਤੇ ਤੂੰ ਮੈਨੂੰ ਆਪਣੇ ਦਰਸ਼ਨ ਦੇ। ਗੌੜੀ ਬੈਰਾਗਨ ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਦਾ ਨਾਂ ਹੈ ਗੌੜੀ ਬੈਰਾਗਨ। ਸਤਿਯੁਗ ਸਤ ਤੇਤਾ ਜਗੀ, ਗੱਗੇ ਨੂੰ ਬਿਹਾਰੀ ਬਿੰਦੀ। ਯੱਗ ਦਾ ਬਹੁਵਚਨ ਜਗੀ। ਦੁਆਪਰ ਪੂਜਾ ਚਾਰ, ਤੀਨੋਂ ਯੁਗ ਤੀਨੋਂ ਜਿਹੜੇ, ਕਲ ਕੇਵਲ ਨਾਮ ਆਧਾਰ। ਸਤਿਯੁਗ ਦੇ ਵਿੱਚ ਕਹਿੰਦੇ ਸੀ ਜਿਹੜਾ ਸੱਚ ਬੋਲੂਗਾ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ। ਸਚਿਆਰਾ ਜੀਵਨ, ਸੱਤ ਦੇ ਅਨੁਸਾਰ ਸਾਡਾ ਜੀਵਨ ਹੋਵੇ, ਇਸ ਜੀਵਨ ਦੇ ਝੂਠ ਕੋਈ ਨਾ ਹੋਵੇ। ਅੱਜ ਤਾਂ ਸਾਡਾ ਝੂਠ ਬੋਲੇ ਬਿਨਾਂ ਸਰਦਾ ਹੀ ਨਹੀਂ। ਇੱਕ ਜਿਹੜਾ ਹਰ 2-4 ਮਿੰਟਾਂ ਮੈਂ ਝੂਠ ਬੋਲਦੇ। ਤੁਸੀਂ ਪ੍ਰਤਿੱਗਿਆ ਕਰ ਲਓ ਵੀ ਮੈਂ 12 ਵਜੇ ਤੋਂ ਲੈ ਕੇ 1 ਵਜੇ ਤੱਕ ਦੇ ਨੇ 1 ਘੰਟਾ ਝੂਠ ਨਹੀਂ ਬੋਲਾਂਗਾ। ਦੇਖੋ ਐਸਾ ਵਿੱਚ ਮੌਕਾ ਬਣੇ ਤੁਹਾਨੂੰ ਝੂਠ ਬੋਲਣਾ ਪੈ ਜਾਣਾ।
ਪ੍ਰਤਿੱਗਿਆ ਕਰਕੇ ਵੇਖ ਲਓ ਵੀ ਮੈਂ 1 ਘੰਟਾ 12 ਵਜੇ ਤੋਂ ਲੈ ਕੇ 1 ਵਜੇ ਤੱਕ ਜੋ ਵੀ ਮੈਨੂੰ ਕੋਈ ਪੁੱਛੇਗਾ, ਕੋਈ ਟੈਲੀਫੋਨ ਆਵੇ, ਮੈਂ ਸੱਚ ਬੋਲਾਂਗਾ ਜਾਂ ਸੱਚ ਬੋਲਾਂਗੀ। ਪਹਿਲੀ ਗੱਲ, ਸੱਚ ਬੋਲਣਾ ਔਖਾ ਹੈ। ਦੂਜਾ, ਸੱਚ ਬੋਲ ਕੇ ਜਿਹੜਾ ਨਤੀਜਾ ਨਿਕਲੇ ਉਹ ਭੁਗਤਣਾ ਬੜਾ ਔਖਾ। ਲੋਕ ਮੰਨ ਲਓ ਮੇਰੇ ਸਾਹਮਣੇ 2 ਬੰਦੇ ਲੜ ਪਏ ਨੇ, ਇੱਕ ਨੇ ਇੱਕ ਨੂੰ ਕਤਲ ਕਰਤਾ ਹੈ। ਪੁਲਿਸ ਮੈਨੂੰ ਪੁੱਛਦੀ, ਬਾਬਾ ਜੀ ਵੀ ਤੁਸੀਂ ਉੱਥੇ ਸੀ, ਤੁਸੀਂ ਦੇਖਿਆ? ਹੁਣ ਜੇ ਮੈਂ ਕਹਿੰਦਾ ਦੇਖਿਆ, ਫਿਰ ਉਹ ਕਹੇਗਾ ਕਿਸ ਨੇ ਕਿਸ ਨੂੰ ਮਾਰਿਆ, ਮੈਂ ਵਿੱਚ ਗਵਾਹ ਬਣ ਗਿਆ ਨਾ। ਜਿੰਨਾ ਚਿਰ ਮੁਕੱਦਮੇ ਦਾ ਫੈਸਲਾ ਨਾ, ਮੈਨੂੰ ਗਵਾਹੀਆਂ ਭੁਗਤਣੀਆਂ ਪੈਣੀ, ਪੈਸਾ ਮੈਨੂੰ ਮਿਲਣਾ ਕੋਈ ਨਹੀਂ। ਇਸ ਲਈ ਮੈਂ ਤਾਂ ਝੂਠ ਬੋਲਦਾ, ਮੈਂ ਤਾਂ ਦੇਖਿਆ ਹੀ ਨਹੀਂ ਜੀ ਵੀ ਕੌਣ ਇਸ ਪੰਗੇ 'ਚ ਆਵੇ। ਹੁਣ ਮੰਨ ਲਓ ਮੁਕੱਦਮਾ 20 ਸਾਲ ਚੱਲਦਾ, ਜਦੋਂ ਵੀ ਗਵਾਹੀ ਹੋਏਗੀ ਮੈਨੂੰ ਉੱਥੇ ਸੱਦਣਗੇ, ਹਾਂ ਜੀ ਆਓ ਜੀ। ਨਾ ਮੈਨੂੰ ਕੋਈ ਆਉਣ ਜਾਣ ਦਾ ਪੈਸਾ ਦੇਣਾ, ਨਾ ਕੋਈ ਕਿਰਾਇਆ ਦੇਣਾ ਹੈ। ਇਸ ਲਈ ਇਹ ਕਲਯੁਗ ਹੈ, ਇਹ 'ਚ ਹੁਣ ਸੱਚ ਬੋਲਣਾ ਬੜਾ ਹੀ ਔਖਾ ਕੰਮ ਹੈ। ਜੇ ਬੋਲ ਲੇਗਾ ਤਾਂ ਫਿਰ ਉਹਦੇ ਨਤੀਜੇ ਸਹਿਣੇ ਬੜੇ ਔਖੇ ਹਨ। ਸਤਯੁਗ ਦੇ ਵਿੱਚ ਕਹਿੰਦੇ ਸੱਚ ਜਿਹੜਾ ਸੱਚ ਬੋਲਦਾ ਸੀ ਉਹਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਸੀ। ਤੇਤਾ ਜਗੀ, ਤ੍ਰੇਤੇ ਯੁੱਗ ਵਿੱਚ ਕਹਿੰਦੇ ਯੱਗ ਕਰੋ ਜੀ, ਇਸ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਦੁਆਪਰ ਪੂਜਾ ਚਾਰ, ਦੁਆਪਰ ਦੇ ਵਿੱਚ ਮੂਰਤੀ ਪੂਜਾ ਸ਼ੁਰੂ ਹੋ ਗਈ, ਦੇਵਤਿਆਂ ਦੀ ਪੂਜਾ ਸ਼ੁਰੂ ਹੋ ਗਈ, ਪੈਗੰਬਰਾਂ ਰਿਸ਼ੀਆਂ ਮੁਨੀਆਂ ਦੀ ਪੂਜਾ ਸ਼ੁਰੂ ਹੋ ਗਈ। ਕਹਿੰਦੇ ਜਿਹੜਾ ਮੂਰਤੀ ਪੂਜਾ ਨਾਲ ਪਰਮਾਤਮਾ ਮਿਲੇਗਾ। ਸਤਯੁਗ 'ਚ ਕਹਿੰਦੇ ਸਤ ਨਾਲ ਮਿਲੇਗਾ। ਦੁਆਪਰ 'ਚ ਤ੍ਰੇਤਾ ਯੁਗ ਕਹਿੰਦੇ ਯੱਗ ਕਰਨ ਨਾਲ ਮਿਲੇਗਾ। ਦੁਆਪਰ 'ਚ ਕਹਿੰਦੇ ਇਹ ਪੂਜਾ ਕਰਨਾ, ਮੂਰਤੀ ਪੂਜਾ ਕਰਨਾ ਮਿਲੇਗਾ। ਤਿੰਨੋਂ ਯੁੱਗ ਤਿੰਨੋਂ ਜਿਹੜੇ, ਇਹ ਤਿੰਨਾਂ ਯੁੱਗਾਂ 'ਚ ਤਿੰਨੋਂ ਗੱਲਾਂ ਹੋਈਆਂ। ਕੱਲ ਕੇਵਲ ਨਾਮ ਆਧਾਰ, ਕੱਲ ਨੇ ਕਲਯੁਗ, ਪਰ ਕਲਯੁਗ ਦੇ ਵਿੱਚ ਸਿਰਫ ਤੇ ਸਿਰਫ ਪਰਮਾਤਮਾ ਦੇ ਨਾਮ ਨਾਲ ਪ੍ਰਾਪਤੀ ਹੋਣੀ ਹੈ। ਹੁਣ ਕੋਈ ਸੱਤ ਦੀ ਐਸੀ ਲੋੜ ਨਹੀਂ, ਕੋਈ ਯੱਗ ਕਰਨ ਦੀ ਲੋੜ ਨਹੀਂ, ਕੋਈ ਮੂਰਤੀ ਪੂਜਾ ਦੀ ਲੋੜ ਨਹੀਂ। ਹੁਣ ਤੇ ਨਾਮ ਜਪਣਾ, ਵਾਹਿਗੁਰੂ 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 ਕਰੀ ਜਾਣਾ, ਇਹਨੂੰ ਜੀਵਨ ਦਾ ਆਧਾਰ ਬਣਾਉਣਾ ਹੈ। ਇਹਦੇ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਪਾਰ ਕੈਸੇ ਪਾਇਬੋ ਰੇ, ਮੋਹ ਸੋ ਕੋ ਨਾ ਕਹਿ ਸਮਝਾਏ, ਜਾ ਤੇ ਆਵਾ ਗਵਨ ਬਿਲਾਏ। ਕਹਿੰਦੇ ਮੈਂ ਪਾਰ ਕਿਵੇਂ ਹੋਵਾਂਗਾ, ਮੇਰਾ ਪਾਰ ਉਤਾਰਾ ਕੈਸੇ, ਕਿਵੇਂ, ਪਾਇਬੋ ਰੇ ਪਾਵਾਂਗਾ, ਮੈਂ ਪਾਰ ਉਤਾਰਾ ਕਿਵੇਂ ਪਾਵਾਂਗਾ, ਮੇਰਾ ਪਾਰ ਉਤਾਰਾ ਇਸ ਸੰਸਾਰ ਤੋਂ ਕਿਵੇਂ ਹੋਵੇਗਾ। ਮੋਹ ਸੋ ਕੋ ਨਾ ਕਹਿ ਸਮਝਾਏ, ਮੈਨੂੰ ਸਮਝਾ ਕੇ ਦੱਸਦੇ ਹੀ ਕੋਈ ਨਹੀਂ ਵੀ ਕਿਵੇਂ ਪਾਰ ਉਤਾਰਾ ਹੋਵੇਗਾ। ਕੋਈ ਕਹਿੰਦਾ ਜੀ ਸੱਤ ਬੋਲਣ ਨਾਲ ਹੋਏਗਾ, ਕੋਈ ਕਹਿੰਦਾ ਯੱਗ ਕਰਨ ਨਾਲ ਹੋਏਗਾ, ਕੋਈ ਕਹਿੰਦੇ ਮੂਰਤੀ ਪੂਜਾ ਨਾਲ ਹੋਏਗਾ। ਕਹਿੰਦੇ ਮੈਨੂੰ ਦੱਸਦੇ ਹੀ ਨਹੀਂ ਕਿ ਮੇਰਾ ਪਾਰ ਉਤਾਰਾ ਕਿਵੇਂ ਹੋਵੇਗਾ। ਕਹਿ ਮੈਨੂੰ ਦੱਸੇਗਾ, ਜਾ ਤੇ ਆਵਾ ਗਵਨ ਬਿਲਾਏ, ਬਿਲਾਏ ਹੁੰਦਾ ਦੂਰ ਹੋ ਜਾਣਾ, ਜਾਤ ਹੁੰਦਾ ਜਿਸ ਨਾਲ, ਜਿਸ ਤੋਂ ਕਿ ਆਵਾ ਗਵਨ ਖਤਮ ਹੋ ਜਾਏ, ਜੰਮਣ ਮਰਨ ਦਾ ਚੱਕਰ ਖਤਮ ਹੋ ਜਾਵੇ। ਰਹਾ ਬਹੁਵਿਧ ਧਰਮ ਨਿਰੂਪੀਏ, ਕਰਤਾ ਦੀਸੈ ਸਭ ਲੋਏ। ਧਰਮ ਦੇ ਕਰਮਾਂ ਨੂੰ ਕਈ ਤਰੀਕਿਆਂ ਨਾਲ ਵਰਣਨ ਕੀਤਾ ਜਾਂਦਾ। ਨਿਰੂਪੀਏ ਦੇ ਵਰਣਨ ਕਰਨੀ, ਬਹੁਵਿਧ ਧਰਮ ਨਿਰੂਪੀਏ, ਬੜੇ ਧਾਰਮਿਕ ਕਰਮ ਦੱਸੇ ਜਾਂਦੇ ਨੇ, ਆਹ ਕਰੋ ਜੀ, ਆਹ ਕਰੋ, ਆਹ ਕਰੋ ਜੀ। ਕਰਤਾ ਦੀਸੈ ਸਭ ਲੋਏ, ਪਰ ਪਰਮਾਤਮਾ ਦੇ ਸਾਰੇ ਸੰਸਾਰ ਵਿੱਚ ਹੈ। ਨਿਵੇਂ ਨਿਰੂਪੀਏ ਦਾ ਵਰਣਨ ਕਰਨਾ। ਧਰਮ ਦਾ ਕਈ ਤਰੀਕੇ, ਬਹੁਵਿਧ ਦੇ ਕਈ ਤਰੀਕਿਆਂ ਨਾਲ ਧਰਮ ਦਾ ਵਰਣਨ ਕੀਤਾ ਜਾਂਦਾ ਹੈ। ਜੇ ਉੱਪਰ ਕਹਿਤਾ ਵੀ ਸੱਤ ਨਾਲ ਧਰਮ ਮਿਲਦਾ, ਰੱਬ ਮਿਲਦਾ, ਕੋਈ ਕਹਿੰਦਾ ਯੱਗਾਂ ਨਾਲ ਮਿਲਦਾ, ਕੋਈ ਕਹਿੰਦਾ ਪੂਜਾ ਕਰਨ ਨਾਲ ਮਿਲਦਾ, ਕੋਈ ਕਹਿੰਦਾ ਨਾਮ ਜਪਣ ਨਾਲ ਮਿਲਦਾ। ਪਰ ਪਰਮਾਤਮਾ ਦੇ ਸਾਰੇ ਸੰਸਾਰ ਵਿੱਚ ਹੈ। ਕਵਨ ਕਰਮ ਤੇ ਛੂਟੀ ਹੈ, ਜੇ ਸਾਧੇ ਸਿੱਧ ਹੋਏ। ਐਸਾ ਕਿਹੜਾ ਕਰਮ ਹੈ ਜਿਸ ਨੂੰ ਕਰਮ ਦੇ ਨਾਲ ਸਾਨੂੰ ਪ੍ਰਾਪਤੀ ਹੋ ਜਾਏ, ਤਾਂ ਜੋ ਸਾਡਾ ਆਵਾਗਮਨ ਤੋਂ ਛੁਟਕਾਰਾ ਹੋ ਜਾਏ। ਐਸਾ ਕਿਹੜਾ ਕਰਮ ਹੈ? ਐਸਾ ਕਿਹੜਾ ਕਰਮ ਹੈ ਕਿ ਜਿਹਦੇ ਕਰਨ ਨਾਲ ਸਾਡਾ ਜਿਹੜਾ ਹੈ ਸਾਨੂੰ ਪ੍ਰਾਪਤੀ ਹੋ ਜਾਏ। ਕਰਮ ਅਕਰਮ ਵਿਚਾਰੀਏ, ਸ਼ੰਕਾ ਸੁਣ ਵੇਦ ਪੁਰਾਣ। ਜਦੋਂ ਕਹਿੰਦੇ ਬੰਦਾ ਵੇਦਾਂ ਦੀ ਕਥਾ ਸੁਣਦਾ ਹੈ, ਪੁਰਾਣਾਂ ਦੀ ਕਥਾ ਸੁਣਦਾ ਹੈ, ਕਰਮ ਕਿਹੜੇ ਕਰਮ ਚੰਗੇ ਨੇ, ਅਕਰਮ ਕਿਹੜੇ ਮਾੜੇ ਨੇ,
ਕਹਿੰਦੇ ਜਦੋਂ ਇਹ ਸੁਣਦਾ ਬੰਦੇ ਨੂੰ ਸ਼ੰਕਾ ਹੋ ਜਾਂਦਾ ਹੈ, ਉਹ ਇਹਨਾਂ ਚੱਕਰਾਂ 'ਚ ਹੀ ਫਸ ਜਾਂਦਾ ਵੀ ਕਿਹੜਾ ਠੀਕ ਹੈ ਅਤੇ ਕਿਹੜਾ ਗਲਤ ਹੈ। ਹੁਣ ਦੇਖੋ, ਕਿਸੇ ਧਰਮ ਵਾਲੇ ਨੇ ਕਿਹਾ ਵੀ ਡੰਗਰ ਮਾਰ ਮਾਰ ਕੇ ਨਹੀਂ ਖਾਣਾ, ਕਿਸੇ ਨੇ ਕਿਹਾ ਵੀ ਕੋਈ ਹਵਾ ਨਾਲ ਕੋਈ ਜਾਨਵਰ ਤੁਹਾਡੇ ਮੂੰਹ 'ਚ ਨਾ ਚਲੇ ਜਾਏ, ਕੀੜਾ ਮਕੌੜਾ, ਮੂੰਹ 'ਤੇ ਪੱਟੀ ਬੰਨ੍ਹ ਕੇ ਰੱਖਣੀ, ਕਿਸੇ ਨੇ ਇਸ ਤਰ੍ਹਾਂ ਕਹਿ ਤਾ। ਕਿਸੇ ਨੇ ਕਹਿ ਜਿਹੜਾ ਮੀਟ ਖਾਏਗਾ ਨਰਕਾਂ ਨੂੰ ਜਾਏਗਾ, ਕੋਈ ਮੀਟ ਤਿਉਹਾਰਾਂ ਨੂੰ ਵੀ ਖਾ ਰਿਹਾ ਹੈ। ਅਲੱਗ ਯਾਰ ਕਿਹਦੀ ਮੰਨੀਏ, ਕਿਹਦਾ ਠੀਕ ਹੈ? ਸਾਰੀ ਧਾਰਮਿਕ ਕਿਤਾਬਾਂ 'ਚ ਲਿਖੇ, ਕਿਸੇ 'ਤੇ ਕੁਛ ਲਿਖਿਆ, ਕਿਸੇ 'ਤੇ ਕੁਛ ਲਿਖਿਆ ਹੋਇਆ ਹੈ। ਇਸ ਲਈ ਬੰਦਾ ਚੱਕਰ 'ਚ ਪੈ ਜਾਂਦਾ ਕੀ ਠੀਕ ਹੈ ਅਤੇ ਕੀ ਗਲਤ ਹੈ। ਜਿਵੇਂ ਸਿੱਖਾਂ ਤੋਂ ਨਿਰਣਾ ਨਹੀਂ ਹੁੰਦਾ ਕਿ ਕੀ ਮੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਆਹੀ ਝਗੜਾ ਚੱਲਦਾ ਰਹਿੰਦਾ ਹੈ। ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਇਹੀ ਨਹੀਂ ਨਿਰਣਾ ਹੁੰਦਾ। ਖਾਣ ਵਾਲੇ ਕਹਿੰਦੇ ਨੇ ਦਸਮ ਪਾਤਸ਼ਾਹ ਨੇ ਕਿ ਅਸੀਂ ਕੁੱਠਾ ਨਹੀਂ ਖਾਣਾ, ਬਈ ਮੁਸਲਮਾਨੀ ਤਰੀਕੇ ਨਾਲ ਬਣਾਇਆ ਹੋਇਆ ਮੀਟ ਨਹੀਂ ਖਾਣਾ, ਕਿਉਂਕਿ ਮੁਸਲਮਾਨਾਂ ਜਦੋਂ ਰਾਜ ਹੋਇਆ ਉਹਨਾਂ ਆਰਡਰ ਕਰਤਾ ਸੀ ਕਿ ਕੋਈ ਹਿੰਦੂ ਮੀਟ ਦੀ ਦੁਕਾਨ ਨਹੀਂ ਖੋਲ੍ਹ ਸਕਦਾ। ਉਹਨਾਂ ਨੇ ਸੀ ਮੀਟ ਦੀ ਦੁਕਾਨ ਖੋਲ੍ਹੇ, ਕੁਹਾੜਾ ਵੀ ਰੱਖੇਗਾ, ਇਹ ਚਾਕੂ ਕਰਦ ਵੀ ਰੱਖੇਗਾ, ਇਹਨਾਂ ਕੋਲ ਕੋਈ ਹਥਿਆਰ ਨਹੀਂ ਹੋਣਾ ਚਾਹੀਦਾ। ਇਸ ਲਈ ਆਰਡਰ ਕਰਤਾ ਕਿ ਕੋਈ ਹਿੰਦੂ ਮੀਟ ਦੀ ਦੁਕਾਨ ਨਹੀਂ ਖੋਲ੍ਹ ਸਕਦਾ, ਜਿਹਨੇ ਮੀਟ ਖਾਣਾ ਉਹ ਮੁਸਲਮਾਨ ਦੀ ਦੁਕਾਨ ਤੋਂ ਲਓ। ਅਤੇ ਉਹਨਾਂ ਦੀ ਦੁਕਾਨ 'ਤੇ ਕੁੱਠਾ ਵਿਕਦਾ ਸੀ, ਇਸ ਲਈ ਦਸਮ ਪਾਤਸ਼ਾਹ ਨੇ ਸਿੱਖਾਂ ਨੂੰ ਕਹਿਤਾ ਕੁੱਠਾ ਨਹੀਂ ਖਾਣਾ। ਖਾਣ ਵਾਲੇ ਕਹਿੰਦੇ ਵੀ ਕੁੱਠਾ ਹੀ ਨਹੀਂ ਖਾਣਾ, ਦਸਮ ਪਾਤਸ਼ਾਹ ਨੇ ਕਿਹਾ। ਉਹਨਾਂ ਇਹ ਤਾਂ ਨਹੀਂ ਕਿਹਾ ਮੀਟ ਨਹੀਂ ਖਾਣਾ। ਖਾਣ ਵਾਲੇ ਇਹ ਦਲੀਲ ਦਿੰਦੇ ਨੇ ਵੀ ਜੇ ਮੀਟ ਬੰਦ ਕਰਨਾ ਹੁੰਦਾ ਤਾਂ ਦਸਮ ਪਾਤਸ਼ਾਹ ਕਹਿੰਦੇ ਵੀ ਮਾਸ ਨਹੀਂ ਖਾਣਾ, ਨਿਬੜਿਆ ਕੰਮ। ਉਹਨਾਂ ਕਿਹਾ ਕੁੱਠਾ ਨਹੀਂ ਖਾਣਾ, ਇਹਦੇ ਬਾਅਦ ਤੁਸੀਂ ਮਾਸ ਖਾ ਸਕਦੇ ਹੋ, ਤੁਸੀਂ ਮਾਸ ਖਾ ਸਕਦੇ ਹੋ ਕਿ ਉਹਨਾਂ ਦੇ ਕੁੱਠਾ ਮਨਾ ਕੀਤਾ ਹੋਇਆ, ਮਾਸ ਨਹੀਂ ਬੰਦ ਕੀਤਾ ਹੋਇਆ। ਦੋਨੋਂ ਪਾਸੇ ਠੀਕ ਹੈ। ਜੇ ਤਾਂ ਖਾਣੇ ਤਾਂ ਫਿਰ ਕੁੱਠਾ ਨਹੀਂ ਖਾਣਾ, ਬਾਕੀ ਖਾ ਸਕਦੇ ਹੋ। ਨਹੀਂ ਖਾਣਾ ਤਾਂ ਫਿਰ ਇਹ ਵੀ ਕੀ ਫਾਇਦਾ, ਜਦੋਂ ਹੋਰ ਖਾਣ ਨੂੰ ਬਹੁਤ ਕੁਛ ਹੈ, ਫਿਰ ਕਿਉਂ ਜਾਨਵਰ ਮਾਰ ਮਾਰ ਕੇ ਖਾਣਾ? ਉਹਨਾਂ ਵਿਚਾਰੇ ਤਾਂ ਸਾਡੇ ਵਰਗੀ ਜਾਨ ਹੁੰਦੀ ਹੈ, ਉਹਨਾਂ 'ਚ ਸਾਡੇ ਬਸ ਸੋਚ ਹੈ ਆਪਣੇ ਆਪ। ਇਸ ਲਈ ਕੀ ਪਾਪ ਹੈ ਕੀ ਪੁੰਨ ਹੈ ਫੈਸਲੇ ਨਹੀਂ ਹੁੰਦਾ। ਜਦ ਤੁਸੀਂ ਅੱਡ ਅੱਡ ਧਰਮ ਗ੍ਰੰਥ ਪੜ੍ਹੋਗੇ ਤੁਸੀਂ ਤੁਹਾਡੇ ਫੈਸਲੇ ਨਹੀਂ ਹੋਣਾ ਵੀ ਕੀ ਠੀਕ ਹੈ ਅਤੇ ਕੀ ਗਲਤ ਹੈ। ਬਸ ਤਾਂ ਉਹ ਕਹਿੰਦੇ ਸ਼ੰਕਾ ਪੈਦਾ ਹੋ ਜਾਂਦੀ। ਕਰਮ ਅਕਰਮ ਵਿਚਾਰੀਏ ਸ਼ੰਕਾ ਸੁਣ ਵੇਦ ਪੁਰਾਣ, ਵੇਦਾਂ ਪੁਰਾਣਾਂ ਨੂੰ ਸੁਣ ਕੇ ਕਿਹੜਾ ਕਰਮ ਠੀਕ ਹੈ ਅਕਰਮ ਕਿਹੜਾ ਗਲਤ ਹੈ ਇਹ ਸੁਣ ਕੇ ਤਾਂ ਕਹਿੰਦਾ ਸ਼ੰਕਾ ਪੈਦਾ ਹੋ ਜਾਂਦਾ। ਸੰਸਾ ਸਦ ਹਿਰਦੈ ਬਸੈ ਕੌਣ ਹਿਰੈ ਅਭਿਮਾਨ, ਕਹਿੰਦੇ ਸੰਸਾ ਦੇ ਵਿੱਚ ਸਦਾ ਹੀ ਹਿਰਦੇ 'ਚ ਰਹਿੰਦਾ ਅਤੇ ਜਿਹੜਾ ਅੰਦਰ ਹੰਕਾਰ ਹੈ ਉਹਨੂੰ ਦੂਰ ਕੌਣ ਕਰੇ, ਉਹਨੂੰ ਦੂਰ ਕੌਣ ਕਰੇ। ਬਾਹਰ ਉਦਕ ਪੁਖਾਰੀਏ ਕੱਢ ਭੀਤਰ ਵਿਵਧ ਵਿਕਾਰ, ਉਦਕ ਹੁੰਦਾ ਪਾਣੀ, ਪੁਖਾਰੀ ਦਾ ਧੋਣਾ। ਬਾਹਰੋਂ ਅਸੀਂ ਸਰੀਰ ਨੂੰ ਪਾਣੀ ਨਾਲ ਧੋਂਦੇ ਹਾਂ, ਵਿਆਹ ਸਾਫ਼ ਹੋ ਗਏ। ਆਮ ਲੋਕ ਅਸੀਂ ਪਵਿੱਤਰ ਹੋ ਗਏ ਜੀ, ਸਰੋਵਰ 'ਚ ਜਾਇਆ ਜੀ। ਇਹ ਤਾਂ ਮਨ ਦੀ ਮੈਲ ਨਹੀਂ ਲੈਂਦਾ ਪਾਣੀ। ਮਨ ਦੀ ਮੈਲ ਉਦੋਂ ਲੈਂਦੇ ਜਿੰਨਾ ਚਿਰ ਤੁਸੀਂ ਬੁਰਾਈ ਨਹੀਂ ਨਾ ਛੱਡਦੇ, ਉਹਨਾਂ ਚਿਰ ਨਹੀਂ ਲੈਂਦੇ। ਹੁਣ ਮੰਨ ਲਓ ਮਾਫੀ ਵੀ ਉਦੋਂ ਮਿਲਦੀ ਹੈ ਜਦੋਂ ਅਸੀਂ ਬੁਰਾਈ ਤੋਂ ਤੋਬਾ ਕਰ ਲਈਏ, ਨਹੀਂ ਤਾਂ ਉਹਨਾਂ ਚਿਰ ਮਾਫੀ ਨਹੀਂ ਮਿਲਦੀ। ਗੁਰੂ ਨਾਨਕ ਦੇਵ ਜੀ ਗਏ ਸੱਜਣ ਠੱਗ ਕੋਲ, ਚਲੋ ਉਹਨੇ ਕਿਹਾ ਜੀ ਅੱਗੇ ਤੋਂ ਮੈਂ ਠੱਗੀਆਂ ਨਹੀਂ ਕਰਦਾ। ਕਹਿੰਦੇ ਜਿਹੜੀ ਪਹਿਲਾਂ ਕਰ ਲਈ ਉਹ ਧਿਆਨ ਦੇਣਾ, ਉਹ ਤਾਂ ਕਰਮ ਖੜਾ, ਚਲੋ ਠੀਕ ਹੈ ਅੱਗੇ ਤੋਂ ਨਹੀਂ ਕਰਾਂਗਾ, ਵੈਲ ਐਂਡ ਗੁੱਡ, ਚੰਗੀ ਗੱਲ ਹੈ। ਪਰ ਜਿਹੜੀਆਂ ਕਰ ਲਈਆਂ ਨੇ ਉਹਦੇ ਕਰਮ ਖੜੇ ਨੇ, ਉਹ ਕਿਵੇਂ ਹੋਣਗੇ? ਕਹਿ ਜੀ ਵੀ ਦੱਸੋ ਫਿਰ ਕੀ ਕਰਾਂ? ਕਿ ਮਾਫੀ ਤਾਂ ਮਿਲੇਗੀ ਨਾ। ਜਿੰਨਾ ਤੇਰੇ ਕੋਲ ਲੁੱਟ ਦਾ ਠੱਗੀ ਦਾ ਮਾਲ ਹੈ ਸਾਰਾ ਗਰੀਬਾਂ 'ਚ ਵੰਡ ਦੇ, ਫਿਰ ਤੈਨੂੰ ਮਾਫੀ ਮਿਲ ਸਕਦੀ ਹੈ। ਹੁਣ ਇੱਕ ਬੰਦਾ ਜੀਵਨ ਦੇ ਵਿੱਚ 5 ਕਰੋੜ ਰੁਪਈਆ ਰਿਸ਼ਵਤ ਲੈ ਲੈਂਦਾ ਹੈ, ਅੱਗੇ ਕਹਿ ਸੱਚੇ ਪਾਤਸ਼ਾਹ ਅੱਜ ਤੋਂ ਮੈਂ ਤੋਬਾ ਕੀਤੀ, ਅੱਗੇ ਤੋਂ ਰਿਸ਼ਵਤ ਨਹੀਂ ਲੈਂਦਾ,
ਵੀ ਜਿਹੜੇ 5 ਕਰੋੜ ਲੈ ਲਏ ਉਹਦਾ ਹਿਸਾਬ ਕੌਣ ਕਰੂਗਾ? ਉਹਦੇ ਕਰਮ ਖੜਾ। ਅੱਗੇ ਤੋਂ ਨਹੀਂ ਲੈਂਦਾ, ਬਹੁਤ ਚੰਗੀ ਗੱਲ ਹੈ, ਵੈਲ ਐਂਡ ਗੁੱਡ, ਪਰ ਜਿਹੜੇ 5 ਕਰੋੜ ਲੈ ਲਏ ਉਹਦਾ ਹਿਸਾਬ ਕੌਣ ਦੇਊਗਾ? ਉਹਦੇ ਖੜੇ ਕਰਮ, ਉਹਦੇ ਕਰਮ ਖੜੇ ਨੇ। ਇਸ ਲਈ ਇਹ ਕਰਮਾਂ ਤੋਂ ਬਾਣੀ ਕਹਿੰਦੀ ਹੈ ਅੱਗੇ ਤੋਂ ਤੋਬਾ ਕਰ ਲਓ, ਜੋ ਹੋ ਗਿਆ ਹੋ ਗਿਆ, ਤੋਬਾ ਕਰ ਲਓ, ਫਿਰ ਦਿਨ ਰਾਤ ਨਾਮ ਜਪੋ ਤਾਂ ਜਿਹੜੇ ਤੁਸੀਂ ਪਹਿਲਾਂ ਮਾੜੇ ਕਰਮ ਕਰ ਲੈਣੇ ਉਹ ਖਤਮ ਹੋ ਸਕਣ, ਨਹੀਂ ਤੇ ਨਹੀਂ ਖਤਮ ਹੁੰਦੇ, ਖੜੇ ਨੇ, ਉਹ ਭੋਗੀ ਜਾਣੇ ਪੈਣੇ। ਹਾਂਜੀ, ਫਿਰ ਕਿਉਂਕਿ ਠੱਗੀਆਂ ਠੋਰੀਆਂ ਕੀਤੀਆਂ, ਅਗਲੇ ਜਨ ਗਰੀਬੀ ਮਿਲ ਜਾਣੀ ਹੈ, ਫਿਰ ਹੀ ਜਾਣ ਠੂਠਾ ਜਿਹੇ ਹੱਥ 'ਚ ਫੜ ਕੇ, ਉਹ ਜੀ ਮੈਨੂੰ ਰੱਬ ਨੇ ਗਰੀਬ ਘਰ 'ਚ ਪੈਦਾ ਕਰਦੇ ਕੀਤੇ ਹੀ ਇਸੇ ਲਈ, ਹਿਸਾਬ ਕਿਤਾਬ ਹੀ ਤਾਂ ਕਰਨਾ। ਜੋ ਕਰਮ ਇੱਕ ਵਾਰੀ ਹੋ ਗਿਆ ਨਾ ਉਹ ਤੇ ਭੋਗਣਾ ਪੈਣਾ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਇਹ ਭੋਗਣੇ ਪੈਂਦੇ ਨੇ, ਇਸੇ ਕਰਮ ਹੀ ਬੜੇ ਧਿਆਨ ਨਾਲ ਕਰਨੇ ਪੈਣੇ। ਤਾਂ ਹੀ ਮੈਂ ਕਹਿ ਰਿਹਾ ਸੀ, ਮੈਂ ਇੱਕ ਦੋ ਮਹਾਂਪੁਰਖਾਂ ਨੂੰ ਕਿਹਾ ਸੀ, ਮੈਂ ਬਾਬਾ ਜੀ ਉਹੀ ਨਾ ਅੰਮ੍ਰਿਤ ਛਕਾ ਦਿਆ ਕਰੋ, ਔਰ ਪਹਿਲਾਂ ਪੁੱਛੋ ਬਈ ਤੂੰ ਗੁਰੂ ਗ੍ਰੰਥ ਇਕੱਲਾ ਇਕੱਲਾ ਕਰਕੇ ਸੱਦੋ, ਸਾਰੇ ਤੁਸੀਂ ਤਾਂ ਸਾਰੇ ਇਕੱਠੇ ਸੱਦ ਲੈਂਦੇ ਹੋ, ਉਦੋਂ ਕਹਿੰਦੇ ਹੋ ਹਾਂ ਭਾਈ ਜਿਹਨੇ ਨਹੀਂ ਅੰਮ੍ਰਿਤ ਛਕਣਾ ਬਾਹਰ ਨਿਕਲ ਜਾਓ, ਆਹ ਕੋਈ ਆਹ ਰਤਾ ਫਿਰਤ, ਔਰ ਕਈ ਵਾਰੀ ਸੰਗ ਦਾ ਨਿਕਲਦਾ ਨਹੀਂ। ਜਿਹੜਾ ਕਿ ਅੰਮ੍ਰਿਤ ਛਕਣਾ ਉਹਨੂੰ ਗੁਰੂ ਗ੍ਰੰਥ ਦੀ ਹਜ਼ੂਰੀ 'ਚ ਲੈ ਜਾਓ। ਉਹਨੂੰ ਪਹਿਲੀ ਗੱਲ ਪੁੱਛ ਵੀ ਸੱਚੋ ਸੱਚ ਦੱਸ ਤੂੰ ਕੀ ਕੰਮ ਕਰਦਾ? ਜੀ ਮੈਂ ਨੌਕਰੀ ਕਰਦਾ। ਗੁਰੂ ਗ੍ਰੰਥ ਦੀ ਹਜ਼ੂਰੀ ਦੱਸ ਤੂੰ ਕਦੇ ਰਿਸ਼ਵਤ ਲਈ ਹੈ ਕਿ ਨਹੀਂ ਲਈ? ਜੋ ਕਹਿੰਦਾ ਰਿਸ਼ਵਤ ਲੈਣਾ ਜੀ ਮੈਂ, ਤੂੰ ਭਾਈ ਬਾਹਰ ਜਾ। ਜਿੰਨਾ ਚਿਰ ਤੂੰ ਰਿਸ਼ਵਤ ਛੱਡ ਕੇ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਤੈਨੂੰ ਨਹੀਂ ਅੰਮ੍ਰਿਤ ਛਕਾਉਂਦੇ, ਕਿ ਉਹ ਤਾਂ ਫਜ਼ੂਲ ਹੈ, ਰਿਸ਼ਵਤ ਲਈ ਜਾ ਅੰਮ੍ਰਿਤ ਵੀ ਛਕੀ ਜਾ, ਉਹ ਤਾਂ ਬਦਨਾਮੀ ਹੁੰਦੀ ਕੌਮ ਦੀ। ਕੋਈ ਕਹਿੰਦਾ ਨਹੀਂ ਜੀ ਮੈਂ ਕੋਈ ਹੇਰਾ ਫੇਰੀ ਨਹੀਂ ਕਰਦਾ। ਇੱਕ ਦੋਜੀ ਆ ਗਿਆ, ਤੂੰ ਕੀ ਕਹਿੰਦਾ ਦੋਜੀ ਹੈ? ਸੱਚੋ ਦੱਸ ਸੱਚ, ਦੁੱਧ ਦੀ ਪਾਣੀ ਪਾਉਣਾ? ਨਹੀਂ ਮੈਂ ਪਾਣੀ ਤੇ ਨਹੀਂ ਪਾਉਂਦਾ, ਪਰ ਮੱਝ ਦੀ ਦੁੱਧ ਗਊ ਦੀ ਦੁੱਧ ਮਿਲਾ ਕੇ ਵੇਚਦਾ ਮੈਂ, ਫਿਰ ਠੱਗੀ ਹੋਈ। ਤੂੰ ਵੀ ਬਾਹਰ ਨਿਕਲ, ਤੈਨੂੰ ਵੀ ਨਹੀਂ ਅੰਮ੍ਰਿਤ ਛਕਾਇਆ ਜਾਂਦਾ, ਤੂੰ ਠੱਗੀਆਂ ਕਰਦਾ। ਹਾਂ ਭਾਈ ਸੱਜਣ, ਸ਼ਰਾਬ ਪੀਣਾ ਉਹਨੇ? ਹਾਂ ਜੀ ਘੁੱਟ ਘੁੱਟ ਪੀਣਾ, ਬਾਹਰ ਨਿਕਲ। ਫੀਮ ਖਾਨਾ? ਹਾਂ ਜੀ ਮੈਂ ਖਾਨਾ, ਤੇ ਤੂੰ ਵੀ ਬਾਹਰ ਨਿਕਲ। ਹੋਰ ਕਿ ਇਹ ਤਾਂ ਪੁੱਛੀ ਜੋ ਉਸ ਤੋਂ। ਹਾਂਜੀ ਸੱਚੋ ਸੱਚ ਦੱਸ ਕਿਸੇ ਜਨਾਨੀ ਨਾਲ ਤੇਰਾ ਸੰਬੰਧ ਹੈ? ਜੀ ਹਾਂ ਹੈ, ਬਾਹਰ ਨਿਕਲ। 2.5 ਬੰਦੇ ਰਹਿ ਜਾਣਗੇ ਬਸ, ਉਹੀ ਚੱਜਦੇ ਰਹਿ ਜਾਣਗੇ, ਉਹਨਾਂ ਨੂੰ ਅੰਮ੍ਰਿਤ ਛਕਾਓ। ਇਹ ਭੇਡਾਂ ਪੂਡਾ ਇਕੱਠੀ ਕਰਨ ਦਾ ਕਿਆ ਫਾਇਦਾ? ਸ਼ੇਰ ਤਾਂ ਹਮੇਸ਼ਾ ਹੀ ਥੋੜ੍ਹੇ ਹੁੰਦੇ ਨੇ, ਚੱਜ ਦੇ ਬੰਦੇ ਥੋੜ੍ਹੇ ਹੁੰਦੇ ਸਮਾਜ ਦੇ ਵਿੱਚ। ਉਹ ਜਿਹੜਾ ਤਾਂ ਹੀ ਮੈਂ ਸਵੇਰੇ ਵੀ ਕਿਹਾ ਸੀ, ਉਦੋਂ ਪਤਾ ਮੇਰੇ ਅੰਦਰ ਕਿਹੜਾ ਬੈਠਾ ਬੋਲ ਰਿਹਾ ਸੀ, ਮੈਨੂੰ ਤਾਂ ਪਤਾ ਨਹੀਂ ਹੈਗਾ। ਹਾਂ ਉਹ ਇੰਨਾ ਮੈਨੂੰ ਜੋਸ਼ ਆ ਕੇ ਬੋਲ ਰਿਹਾ ਸੀ। ਹਾਂ ਇੱਕ ਤਾਂ ਅੰਮ੍ਰਿਤ ਉਸ ਨੂੰ ਛਕਣਾ ਚਾਹੀਦਾ ਜਿਸ ਦੀ 10 ਨੂੰਹਾਂ ਦੀ ਕਿਰਤ ਹੈ, ਇਹ ਹਰਾਮ ਦਾ 1 ਪੈਸਾ ਵੀ ਘਰ 'ਚ ਨਹੀਂ ਹੋਣਾ ਚਾਹੀਦਾ। ਦੂਸਰਾ ਅੰਮ੍ਰਿਤ ਉਸ ਨੂੰ ਛਕਣਾ ਚਾਹੀਦਾ ਜਿਹਦਾ ਕੋਈ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਕਰਦਾ। ਤੀਸਰਾ ਉਹ ਹੈ ਜਿਹਦਾ ਕਿਸੇ ਬਗਾਨੀ ਜਨਾਨੀ ਨਾਲ ਸਰੀਰਕ ਸੰਬੰਧ ਨਹੀਂ ਹੈ। ਇਹ 3 ਗੱਲਾਂ ਜਿਹੜਾ ਕਹਿੰਦਾ ਇਹ ਤਿੰਨੋਂ ਹੀ ਮੇਰੇ 'ਚ ਨਹੀਂ ਹੈਗੀਆਂ, ਉਹਨੂੰ ਕਿਹਾ ਆ ਜਾ ਭਈ ਅੰਮ੍ਰਿਤ ਛਕ ਲੈ। ਉਹ ਫਿਰ ਤਰੱਕੀ ਕਰੇਗਾ, ਅੱਜ ਕੁਝ ਕੱਲ੍ਹ ਕੁਝ ਪਰਸੋਂ ਕੁਝ, ਉਹਦੀ ਆਤਮਿਕ ਤਰੱਕੀ ਹੋ ਗਈ। ਬਾਕੀ ਕਿਸੇ ਦੀ ਆਤਮਿਕ ਤਰੱਕੀ ਨਹੀਂ ਹੋਣੀ, ਚਾਹੇ ਸਾਰਾ ਜਨਮ ਲੱਗੇ ਰਹੋ, ਜਿੱਥੇ ਖੜੇ ਹੋ ਉੱਥੇ ਦੇ ਉੱਥੇ ਖੜੇ ਰਹਿ ਜਾਓਗੇ। ਬੜੀ ਦੁਨੀਆ ਰੋਜ਼ ਦੁੱਖ ਨਿਵਾਰਨ ਜਾਂਦੀ ਹੈ, ਜਿੱਥੇ ਖੜੇ ਨੂੰ ਉੱਥੇ ਖੜੇ। ਹੁਣ ਕੋਈ ਤੁਹਾਡੀ ਕੋਈ ਆਤਮਿਕ ਤਰੱਕੀ ਹੋਈ ਹੈ ਨਾ? ਕਿਉਂ? ਬੰਦਾ ਆਪਣੇ ਆਪ ਨੂੰ ਬਦਲਦਾ ਹੀ ਨਹੀਂ ਹੈ। ਜੇ ਬਦਲੇ ਹੀ ਨਾ ਤਾਂ ਫਿਰ ਉਹਦਾ ਕੀ ਫਾਇਦਾ ਵੀ? ਹਰਿਮੰਦਰ ਉੱਥੇ ਗਿਆ ਜੀ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰ, ਬੜੀ ਚੰਗੀ ਗੱਲ ਹੈ, ਇਸ਼ਨਾਨ ਕਰੋ। ਕੱਲ੍ਹ ਪੀਤੀ, ਅੱਜ ਇਸ਼ਨਾਨ ਕੀਤਾ, ਰਾਤੀ ਆ ਕੇ ਫਿਰ ਪੀਤੀ, ਫਿਰ ਫਰਕ ਕੀ ਪਿਆ ਬਈ? ਉਹ ਤਾਂ ਹਾਥੀ ਦੀ ਉਦਾਹਰਨ ਦਿੰਦੇ ਨੇ ਵੀ ਹਾਥੀ ਨਹਾਤਾ ਮਗਰੋਂ ਸੁੰਡ 'ਚ ਚਿੱਕੜ ਭਰ ਕੇ ਆਪਣੇ ਉੱਤੇ ਪਾ ਲੈ। ਫਿਰ ਕਹਿ ਨਾਲੇ ਕਹੀਏ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਹੋਰ ਕੁਛ ਤੁਹਾਡੇ ਉਤਰੇ। ਦੁੱਧ 'ਚ ਮਿਲਾਵਟ ਕਰਨਾ ਵੀ ਉੱਥੇ ਇਸ਼ਨਾਨ ਕਰ ਰਿਹਾ, ਅਗਲੇ ਦਿਨ ਫਿਰ ਮਿਲਾਵਟ ਕਰ ਰਿਹਾ। ਰਿਸ਼ਵਤ ਖੋਰ ਵੀ ਉੱਥੇ ਇਸ਼ਨਾਨ ਕਰਿਆ, ਅਗਲੇ ਦਿਨ ਫਿਰ ਰਿਸ਼ਵਤ ਲੈ ਰਿਹਾ। ਕੁਛ ਵੀ ਫਰਕ ਨਹੀਂ ਪਿਆ, ਕੁਛ ਫਰਕ ਨਹੀਂ ਪਿਆ। ਜੇ ਫਰਕ ਹੀ ਨਹੀਂ ਪਿਆ ਤਾਂ ਸਭ ਫਜ਼ੂਲ ਹੈ। ਲੱਗੇ ਰਹੋ ਜਿਹੜੇ ਲੱਗੇ ਰਹਿਣਾ ਕਿਸੇ ਨੇ। ਤਾਂ ਕਹਿੰਦੇ ਨੇ ਬਾਹਰ ਉਦਕ ਪਖਾਰੀ ਹੈ, ਬਾਹਰ ਪਾਣੀ ਨਾਲ ਸਰੀਰ ਨੂੰ ਧੁੰਦਾ ਹੈ। ਘਟ ਭੀਤਰ ਬਿਵਦ ਵਿਕਾਰ, ਬਿਵਦ ਦੇ ਕਈ ਪ੍ਰਕਾਰ ਦੇ ਵਿਕਾਰ ਦੇ ਬੁਰਾਈਆਂ, ਅੰਦਰ ਕਈ ਪ੍ਰਕਾਰ ਦੀਆਂ ਬੁਰਾਈਆਂ।
ਬਾਹਰੋਂ ਨਾ ਰਿਹਾ ਜੀ। ਹਾਂ ਜੀ, ਆਹ ਬਸ ਰਾਮਦਾਸ ਸਰਵਰ ਨਾਤੇ ਸਭ ਤੇਰੇ ਪਾਪ ਕਮਾਤੇ। ਮਗਰ ਇਹ ਕਹਿੰਦੇ ਬੜੇ ਖੁਸ਼ ਹੁੰਦੇ ਨੇ, ਕੰਮ ਮੁੜ ਕੇ ਉਹੀ ਕਰੀ ਜਾਂਦੇ। ਸ਼ੁੱਧ ਕਵਨ ਪਰ ਹੋਏ ਬੋ, ਸੁੱਚ ਕੁੰਚਰ ਬਿਦ ਵਿਵਹਾਰ। ਉਦਾਹਰਨ ਦਿੱਤੀ, ਕਹਿੰਦੇ ਤੂੰ ਸ਼ੁੱਧ ਕਿਵੇਂ ਹੋਏਗਾ, ਤੇਰਾ ਹਾਲ ਤੇ ਕੁੰਚਰ ਹਾਥੀ ਵਾਲਾ ਹੈ। ਬਈ ਨਹਾ ਲਿਆ ਤੇ ਫਿਰ ਚਿੱਕੜ ਆਪਰੂ ਤੇ ਫਿਰ ਪਾ ਲਿਆ, ਤੂੰ ਕਿਵੇਂ ਸ਼ੁੱਧ ਹੋਏਗਾ ਬਈ? ਜਿੰਨਾ ਚਿਰ ਬੁਰਾਈ ਨਹੀਂ ਛੱਡਦਾ ਉਹਨਾਂ ਚਿਰ ਕੁਛ ਨਹੀਂ ਫਰਕ ਪੈਣਾ। ਬੁਰਾਈ ਛੱਡ ਕੇ ਹੀ ਜੀਵਨ ਬਦਲਦਾ। ਪਾਠ ਕਰਨਾ ਜੀਵਨ ਨਹੀਂ ਬਦਲਣਾ। ਲੋਕਾਂ ਨੂੰ ਪਤਾ ਹੀ ਨਹੀਂ ਜੋ ਪਾਠ ਕਰਦਾ ਮੀਨਿੰਗ ਕੀ ਹੈ। ਜੋ ਪਾਠ ਕਰ ਰਿਹਾ ਕੋਈ ਮੀਨਿੰਗ ਨਹੀਂ ਪਤਾ ਵੀ ਕੀ ਹੈ, ਕੀ ਗੁਰੂ ਮਹਾਰਾਜ ਕਹਿ ਰਹੇ ਨੇ। ਜਦੋਂ ਸਿੱਖ ਨੂੰ ਇਹੀ ਨਹੀਂ ਪਤਾ ਵੀ ਗੁਰੂ ਮਹਾਰਾਜ ਕਹਿ ਕੀ ਰਹੇ ਨੇ, ਤੇ ਉਹ ਬਦਲੇਗਾ ਕੀ? ਕੀ ਬਦਲੇਗਾ? ਹੋ ਹੁਣ ਤਾਂ ਪਤਾ ਨਹੀਂ ਕੀ ਕਹਿ ਰਹੇ ਨੇ। ਪਤਾ ਹੋਣਾ ਚਾਹੀਦਾ ਗੁਰੂ ਮਹਾਰਾਜ ਕੀ ਕਹਿ ਰਹੇ ਨੇ। ਬਾਣੀ ਗੁਰੂ ਸਾਡੀ ਗੁਰੂ ਹੈ, ਤੂੰ ਬਾਣੀ ਪੜ੍ਹ ਰਿਹਾ ਵਾਰੀ 100 ਪਾਠ ਕਰ ਲਿਆ, 150 ਪਾਠ ਕਰ ਲਿਆ, ਕਰ ਲਓ ਠੀਕ ਹੈ ਜੀ। ਕੀ ਕਿਹਾ ਹੈ, ਕਿੰਨਾ ਕੁ ਮੰਨਿਆ, ਉਹ ਜਿੱਥੇ ਖੜਾ ਉੱਥੇ ਖੜਾ, ਨਹੀਂ ਗੱਲ ਬਣਦੀ। ਝੂਠੀ ਤਸੱਲੀ ਮਨ ਨੂੰ ਜਿੰਨੀ ਮਰਜ਼ੀ ਦੇ ਲਓ ਜੀ। ਸੋ ਤਾਂ ਉਹਨਾਂ ਉਦਾਹਰਨਾਂ ਦਿੱਤੀਆਂ, ਜਿਵੇਂ ਕੁੰਚਰ ਦੀ ਹਾਥੀ ਦੀ ਹਾਲਤ ਹੈ ਨਾ, ਇਹੀ ਸਾਡੀ ਹਾਲਤ ਹੈ। ਉਹ ਨਹਾ ਕੇ ਆਪਣੇ ਆਪ ਨੂੰ ਇੱਕ ਵਾਰੀ ਸ਼ੁੱਧ ਕਰ ਲੈਂਦਾ, ਮਗਰ ਆਪਣੇ ਉੱਤੇ ਚਿੱਕੜ ਪਾ ਲੈਂਦਾ। ਇਸ ਰਸਤੇ ਵੀ ਨਹਾ ਧੋ ਕੇ ਅੰਦਰ ਫਿਰ ਬੁਰਾਈਆਂ ਸਾਡੇ ਅੰਦਰ ਦੀਆਂ ਅੰਦਰ ਹੀ ਰਹਿ ਜਾਂਦੀਆਂ ਨੇ, ਕੋਈ ਫਰਕ ਨਹੀਂ ਪੈਂਦਾ। ਫਿਰ ਅੱਗੇ ਉਦਾਹਰਨ ਦਿੰਦੇ ਨੇ, ਰਾਹ ਪ੍ਰਗਾਸ ਰਜਨੀ ਜਥਾ ਗਤ ਜਾ ਕੇ ਰੁਕਣਾ। ਕਈ ਵਾਰੀ ਆਪਾਂ ਮੀਨਿੰਗ ਅਨਾਉਣ ਕਰਕੇ ਪੜ੍ਹਦੇ ਹਾਂ ਰਾਹ ਪ੍ਰਗਾਸ ਰਜਨੀ ਜਥਾ, ਇੱਥੇ ਰੁਕ ਜਾਂਦੇ ਹਾਂ। ਰਾਵ ਸੂਰਜ ਨੂੰ ਕਹਿੰਦੇ ਰਵੀ, ਹਿੰਦੀ ਕੀ ਕਹਿੰਦੇ ਨੇ? ਰਵੀ। ਰਵੀਵਾਰ, ਸੰਡੇ, ਸਨ ਡੇ। ਇੰਗਲਿਸ਼ ਵਾਲੇ ਸੰਡੇ ਕਹਿੰਦੇ ਨੇ, ਹਿੰਦੀ ਕਹਿੰਦੇ ਰਵੀਵਾਰ, ਸੂਰਜ ਦਾ ਵਾਰ, ਐਤਵਾਰ। ਰਾਹ ਪ੍ਰਗਾਸ ਜਿਵੇਂ ਸੂਰਜ ਚੜ੍ਹਦਾ, ਰਜਨੀ ਰਾਤ ਨੂੰ ਕਹਿੰਦੇ ਨੇ। ਰਜਨੀ ਜਥਾ ਗਤ, ਰਾਤ ਖਤਮ ਹੋ ਜਾਂਦੀ ਹੈ। ਜਦੋਂ ਸੂਰਜ ਚੜ੍ਹਦਾ, ਰਾਤ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ। ਜਾਣਤ ਸਭ ਸੰਸਾਰ, ਇਸ ਗੱਲ ਨੂੰ ਸਾਰਾ ਸੰਸਾਰ ਜਾਣਦਾ ਹੈ। ਇਸੇ ਤਰ੍ਹਾਂ ਕਹਿੰਦੇ, ਉਨ ਮਨ ਹੀ ਮਿਲੇ, ਛੁਟਕਤ ਬਜਰ ਕਪਾਟ। ਸਾਡੇ ਦਸਮ ਦੁਆਰ ਦੇ ਅੱਗੇ ਕਹਿੰਦੇ ਬੜੇ ਭਾਰੀ ਦਰਵਾਜ਼ੇ ਲਾਏ ਹੋਏ ਹਨ। ਪਾਰਸ ਮਾਨੋ ਤਾਂਬੋ ਛੂਏ, ਕਨਕ ਹੋਤ ਨਹੀਂ ਬਾਹਰ। ਤਾਂਬਾ ਛੂਏ ਦਾ ਛੂਹਣਾ, ਕਨਕ ਹੁੰਦਾ ਸੋਨਾ। ਜਦੋਂ ਪਾਰਸ ਤਾਂਬੇ ਨੂੰ ਛੂੰਹਦਾ ਜਾਂ ਤਾਂਬਾ ਪਾਰਸ ਨੂੰ ਛੂੰਹਦਾ ਤਾਂ ਉਹਨੂੰ ਸੋਨਾ ਬਣਦਿਆਂ ਦੇਰ ਨਹੀਂ ਲੱਗਦੀ। ਕਿਸ ਨੂੰ? ਤਾਂਬੇ ਨੂੰ। ਤਾਂਬਾ ਜਦੋਂ ਪਾਰਸ ਨੂੰ ਛੂੰਹਦਾ ਤਾਂ ਤਾਂਬੇ ਨੂੰ ਸੋਨਾ ਬਣਦਿਆਂ ਦੇਰ ਨਹੀਂ ਲੱਗਦੀ। ਇਸੇ ਤਰ੍ਹਾਂ ਮਨੁੱਖ ਜਦੋਂ ਗੁਰੂ ਦੀ ਛੋਹ ਪ੍ਰਾਪਤ ਕਰਦਾ ਹੈ, ਫਿਰ ਇਸ 'ਚ ਪਰਿਵਰਤਨ ਹੁੰਦਾ ਹੈ। ਪਰਮ ਪਰਸ ਗੁਰ ਭੇਟੀਏ, ਪੂਰਬ ਲਿਖਤ ਲਿਲਾਟ। ਪਰਮ ਪਰਸ, ਪਰਸ ਤੋਂ ਇੱਥੋਂ ਭਾਵੇਂ ਪਾਰਸ। ਸਭ ਤੋਂ ਵੱਡਾ ਪਾਰਸ ਕੌਣ ਹੈ? ਗੁਰੂ ਹੈ। ਜਦੋਂ ਸਭ ਤੋਂ ਵੱਡਾ ਪਾਰਸ ਗੁਰੂ ਮਿਲਦਾ ਨਾ, ਜਿਵੇਂ ਸੂਰਜ ਚੜ੍ਹਿਆ ਤੇ ਰਾਤ ਖਤਮ, ਤਾਂਬੇ ਨੇ ਪਾਰਸ ਨੂੰ ਛੋਇਆ, ਤਾਂਬਾ ਆਪਣਾ ਖਤਮ, ਸੋਨਾ ਹੋ ਗਿਆ। ਇਸ ਤਰ੍ਹਾਂ ਜਦੋਂ ਮਨੁੱਖ ਜਿਹੜਾ ਹੈ ਗੁਰੂ ਨੂੰ ਮਿਲਦਾ ਹੈ ਤਾਂ ਫਿਰ ਇਹਦੇ ਪਰਿਵਰਤਨ ਆ ਜਾਂਦਾ ਹੈ। ਪਰ ਗੁਰੂ ਮਿਲਦਾ ਕਿਹਨੂੰ ਹੈ? ਪੂਰਬ ਲਿਖਤ ਲਿਲਾਟ। ਲਿਲਾਟ ਦਾ ਮੱਥਾ, ਜਿਹੜਾ ਮੱਥੇ 'ਤੇ ਪਹਿਲੇ ਹੀ ਲਿਖਾ ਕੇ ਲਿਆ ਵੀ ਤੈਨੂੰ ਗੁਰੂ ਮਿਲੂਗਾ। ਹਰ ਇੱਕ ਗੁਰੂ ਵਾਲਾ ਨਹੀਂ ਬਣਦਾ ਹੈ। ਜਿਹਦੇ ਮੱਥੇ 'ਤੇ ਲਿਖਿਆ ਹੈ ਉਹੀ ਬਣਦਾ, ਨਹੀਂ ਤਾਂ ਜਿੰਨਾ ਮਰਜ਼ੀ ਕਹੀ ਜੋ ਉਹ ਨਹੀਂ ਹਟਦਾ। ਉਨਮਨ ਮਨ ਹੀ ਮਿਲੇ। ਇਹ ਜਿਹੜਾ ਸਾਡਾ ਮਨ ਹੈ, ਜਦੋਂ ਉਨਮਨ ਮਨ, ਚੌਥੀ ਅਵਸਥਾ ਵਾਲਾ ਮਨ, ਜਿੱਥੇ ਬ੍ਰਹਮ ਗਿਆਨ ਹੁੰਦਾ ਹੈ, ਜਦੋਂ ਸਾਡਾ ਮਨ ਉਸ ਬ੍ਰਹਮ ਗਿਆਨ ਦੀ ਅਵਸਥਾ 'ਤੇ ਪਹੁੰਚਦਾ ਨਾ ਜਾ ਕੇ, ਛੁਟਕਤ ਬਜਰ ਕਪਾਟ, ਤਾਂ ਦਸਮ ਦੁਆਰ ਦੇ ਅੱਗੇ ਜਿਹੜੇ ਬੜੇ ਸਖਤ ਦਰਵਾਜ਼ੇ, ਕਪਾਟ ਉਹਦੇ ਦਰਵਾਜ਼ੇ, ਬਜਰ ਹੁੰਦਾ ਸਖਤ, ਜਿਵੇਂ ਬਜਰੀ ਸਖਤ ਹੁੰਦੀ, ਜਿਹੜੇ ਸਖਤ ਦਰਵਾਜ਼ੇ ਨੇ ਨਾ ਉਹ ਕਦੇ ਖੁੱਲ੍ਹ ਜਾਂਦੇ ਨੇ ਅਤੇ ਅੱਗੇ ਅੰਦਰ ਪਰਮਾਤਮਾ ਬੈਠੇ ਉਹਦੇ ਦਰਸ਼ਨ ਹੋ ਜਾਂਦੇ। ਭਗਤ ਜੁਗਤ ਮਤ ਸਤ ਕਰੀ, ਭ੍ਰਮ ਬੰਧਨ ਕਾਟ ਵਿਕਾਰ। ਕਹਿੰਦੇ ਜਿਹੜੀ ਭਗਤੀ ਹੈ, ਇੱਕ ਇਹਦੀ ਕੀ ਜੁਗਤੀ ਹੈ ਵੀ ਪ੍ਰੇਮਾ ਭਗਤੀ ਕਰਨੀ ਹੈ। ਸਿੱਖ ਧਰਮ 'ਚ ਜਿਹੜਾ ਹੈ
ਜਾਂ ਜਿਹੜੇ ਭਗਤ ਹੋਏ ਉਹਨਾਂ ਦੇ ਵਿਚਾਰ ਹੈ ਕਿ ਪ੍ਰੇਮਾ ਭਗਤੀ ਕਰਨੀ ਚਾਹੀਦੀ ਹੈ। ਇਸ ਨੂੰ ਸੱਤ ਕਰਕੇ ਸਮਝਣਾ ਚਾਹੀਦਾ। ਫਿਰ ਅੰਦਰ ਭਰਮ ਦੇ ਜਿਹੜੇ ਬੰਧਨ ਨੇ ਉਹ ਕੱਟੇ ਜਾਂਦੇ ਹਨ, ਬੇਕਾਰ ਜਿਹੜੇ ਅੰਦਰ ਬੁਰਾਈਆਂ ਨੇ ਉਹ ਖਤਮ ਹੋ ਜਾਂਦੀਆਂ ਹਨ ਪ੍ਰੇਮਾ ਭਗਤੀ ਦੇ ਨਾਲ। ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਉਹੀ ਜਿਹੜਾ ਮਨ ਹੈ ਫਿਰ ਉਹਨੂੰ ਆਉਂਦਾ ਰਸ, ਉਹ ਰਸ ਦੇ ਵਸ 'ਚ ਆ ਕੇ ਫਿਰ ਪਰਮਾਤਮਾ ਨੂੰ ਮਿਲਦਾ ਹੈ। ਅਤੇ ਨਿਰਗੁਣ ਦਾ ਪਰਮਾਤਮਾ ਮੇਰੇ ਗੁਣ ਨਿਰਗੁਣ ਏਕ ਵਿਚਾਰ। ਅਤੇ ਵਿਚਾਰ ਕੀ ਹੈ ਕਿ ਜਿਹੜਾ ਪਰਮਾਤਮਾ ਨਿਰਗੁਣ ਹੈ, ਜਿਹੜਾ ਗੁਣਵਾਨ ਹੈ, ਉਹ ਮਨ ਜਿਹੜਾ ਹੈ ਇਹ ਨਾਮ ਰਸ ਦੇ 'ਚ ਆ ਕੇ ਉਹ ਉਹਨਾਂ ਦੇ ਵਸ 'ਚ ਆ ਜਾਂਦਾ, ਫਿਰ ਪਰਮਾਤਮਾ ਦੀ ਇਸ ਨੂੰ ਪ੍ਰਾਪਤੀ ਹੋ ਜਾਂਦੀ ਹੈ। ਅਨੇਕ ਯਤਨ ਨੇ ਗ੍ਰਹਿ ਕੀਏ। ਨਿਗ੍ਰਹਿ ਹੁੰਦਾ ਇੰਦਰੀਆਂ ਨੂੰ ਕੰਟਰੋਲ ਕਰਨਾ। ਕਹਿੰਦੇ ਮੈਂ ਬਥੇਰੇ ਯਤਨ ਕੀਤੇ ਵੀ ਇੰਦਰੀਆਂ ਨੂੰ ਮੈਂ ਕੰਟਰੋਲ ਕਰ ਲਾਂ, ਅੱਖਾਂ ਤੋਂ ਸਹੀ ਕੰਮ ਲਾਂ, ਕੰਨਾਂ ਤੋਂ ਸਹੀ ਕੰਮ ਲਾਂ, ਮੂੰਹ ਤੋਂ ਸਹੀ ਕੰਮ ਲਾਂ, ਹੱਥਾਂ ਤੋਂ ਸਹੀ ਕੰਮ ਲਾਂ, ਪੈਰਾਂ ਤੋਂ ਸਹੀ ਕੰਮ ਲਵਾਂ, ਇਹਦੇ ਕੰਟਰੋਲ ਕਰਨਾ। ਅਨੇਕ ਯਤਨ ਨੇਹ ਗ੍ਰਹਿ ਕੀਏ, ਟਾਰੀ ਨਾ ਟਰੈ ਭ੍ਰਮ ਫਾਂਸ। ਕਹਿੰਦੇ ਇੰਦਰੀਆਂ ਨੂੰ ਕੰਟਰੋਲ ਕਰਦੇ ਬੜੇ ਯਤਨ ਕੀਤੇ, ਪਰ ਜਿਹੜੀ ਭਰਮ ਦੀ ਫਾਹੀ ਹੈ ਨਾ ਉਹ ਨਹੀਂ ਕਦੇ ਕੱਢਦੀ। ਇਹ ਭਰਮ ਦੂਰ ਹੀ ਨਹੀਂ ਹੋ ਰਿਹਾ ਹੈ। ਇੰਦਰੀਆਂ ਨੂੰ ਨਿਰਾ ਕੰਟਰੋਲ ਕਰਨ ਨਾਲ ਅੰਦਰੋਂ ਭਰਮ ਨਹੀਂ ਖਤਮ ਹੋਣਾ ਹੈ। ਉਹ ਕਿਵੇਂ ਹੋਊ? ਪ੍ਰੇਮ ਭਗਤ ਨਹੀਂ ਉਪਜੈ ਤਾਤੇ ਰਵਿਦਾਸ ਉਦਾਸ। ਜਿੰਨਾ ਚਿਰ ਪ੍ਰੇਮਾ ਭਗਤੀ ਪੈਦਾ ਨਹੀਂ ਹੁੰਦੀ ਉਹਨਾਂ ਚਿਰ ਗੱਲ ਨਹੀਂ ਬਣਦੀ ਹੈ। ਤਾਂ ਹੀ ਅੱਜ ਸ਼ਬਦ ਪੜ੍ਹੇ ਸਨ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰਮਾਤਮਾ ਪਿਆਰ ਨਾਲ ਮਿਲਦਾ ਹੈ, ਇਹ ਨਿਰੇ ਅੰਮ੍ਰਿਤ ਛਕਣ ਨਾਲ ਨਹੀਂ ਮਿਲਦਾ। ਜੇ ਅੰਦਰ ਪਿਆਰ ਨਹੀਂ ਨਾ ਹੈ ਉਹਨਾਂ ਚਿਰ ਪਰਮਾਤਮਾ ਨਹੀਂ ਮਿਲਦਾ। ਜਿਹਨੂੰ ਮਿਲਣਾ ਉਹਨੂੰ ਪਿਆਰ ਵੀ ਕਰਨਾ ਪਏਗਾ, ਉਹਦਾ ਨਾਮ ਵੀ ਜਪਣਾ ਪਏਗਾ, ਉਹਦੀ ਵਡਿਆਈ ਵੀ ਕਰਨੀ ਪਏਗੀ। ਕਹਿੰਦੇ ਪ੍ਰੇਮਾ ਭਗਤੀ ਅੰਦਰ ਪੈਦਾ ਨਹੀਂ ਹੋ ਰਹੀ, ਇਸ ਲਈ ਭਗਤ ਜੀ ਕਹਿੰਦੇ ਮੈਂ ਉਦਾਸ ਹਾਂ। ਮਿਲਣਾ ਉਹਨੇ ਪ੍ਰੇਮਾ ਭਗਤੀ ਨਾਲ ਹੈ, ਪ੍ਰੇਮਾ ਭਗਤੀ ਸਾਡੇ ਅੰਦਰ ਪੈਦਾ ਨਹੀਂ ਹੋ ਰਹੀ, ਇਸ ਲਈ ਕਹਿੰਦੇ ਗੱਲ ਸਾਡੀ ਕੋਈ ਬਣਦੀ ਨਹੀਂ ਹੈਗੀ। ਸੋ ਉਦਾਹਰਨਾਂ ਦੇ ਦੇ ਕੇ ਸਾਨੂੰ ਸਮਝਾਇਆ ਹੈ ਕਿ ਭਾਈ ਇਹ ਬਾਹਰਲੇ ਕਰਮ ਕਾਂਡਾਂ ਦੇ ਨਾਲ ਪਰਮਾਤਮਾ ਨਹੀਂ ਮਿਲਣਾ। ਪਰਮਾਤਮਾ ਦਾ ਸ਼ੁਭ ਕਰਮ ਕਰੋ ਅਤੇ ਨਾਮ ਜਪੋ, ਬਸ। ਬਹੁਤੇ ਔਖੇ ਹੋਣ ਦੀ ਜ਼ਿੰਦਗੀ 'ਚ ਲੋੜ ਨਹੀਂ। ਸਹਿਜ ਸੁਭਾਅ ਜੀਵਨ ਜਿਉਂ, ਸ਼ੁਭ ਕਰਮ ਕਰੋ। ਤਿੰਨ ਕੰਮਾਂ 'ਤੇ ਪਹਿਰਾ ਦੇਣਾ, ਤਿੰਨ ਗੱਲਾਂ। 10 ਨੌਆਂ ਦੀ ਕਿਰਤ ਕਰਨੀ ਹੈ। ਹਰਾਮ ਦੀ ਕਮਾਈ ਵਾਲੇ ਰੱਬ ਨਹੀਂ ਮਿਲਦਾ, ਚਾਹੇ 200 ਵਾਰ ਤੁਸੀਂ ਗੁਰੂ ਗ੍ਰੰਥ ਦਾ ਪਾਠ ਕਰ ਲਿਓ, ਨਹੀਂ ਮਿਲੇਗਾ ਰੱਬ। ਨਸ਼ੇ ਕਰਨ ਵਾਲੇ ਨੂੰ ਰੱਬ ਨਹੀਂ ਮਿਲਦਾ, ਜਿੰਨੇ ਮਰਜ਼ੀ ਨੱਕ ਰਗੜੀ ਜਾਓ ਗੁਰਦੁਆਰਾ 'ਚ ਜਾ ਕੇ। ਬਦਫੈਲੀਆਂ ਕਰਨ ਵਾਲੇ ਨੂੰ ਵੀ ਕਦੇ ਰੱਬ ਨਹੀਂ ਮਿਲਦਾ, ਜੋ ਮਰਜ਼ੀ ਪਿਆ ਜ਼ੋਰ ਲਾਵੇ। ਰੱਬ ਮਿਲਦਾ ਪ੍ਰੇਮਾ ਭਗਤੀ ਨਾਲ। ਪ੍ਰੇਮਾ ਭਗਤੀ ਕਰਨੀ ਹੈ, ਸ਼ੁਭ ਕਰਮ ਕਰਨੇ ਨੇ, ਫਿਰ ਪਰਮਾਤਮਾ ਦੀ ਸ਼ੁਭ ਕਰਮ ਨਾਲ ਜੀਵਨ ਹੀ ਸੁਖੀ ਹੋ ਜਾਂਦਾ ਹੈ। ਇਹ ਹਮੇਸ਼ਾ ਯਾਦ ਰੱਖਣਾ, ਸਾਡੇ ਕਰਮਾਂ ਨੇ ਸਾਡਾ ਖਹਿੜਾ ਨਹੀਂ ਛੱਡਣਾ ਹੈ। ਜਿਹੜੇ ਕਰਮ ਕਰ ਲਏ ਉਹ ਭੋਗਣੇ ਪੈਂਦੇ ਨੇ। ਤ੍ਰੇਤੇ ਯੁੱਗ ਦੇ ਵਿੱਚ ਕ੍ਰਿਸ਼ਨ ਮਹਾਰਾਜ ਰਾਮਚੰਦਰ ਸਨ। ਰਾਮਚੰਦਰ ਨੇ ਬਾਲੀ ਨੂੰ ਲੁੱਕ ਕੇ ਮਾਰਿਆ ਸੀ, ਅਤੇ ਬਾਲੀ ਕਹਿੰਦਾ ਰਾਮਚੰਦਰ ਜੀ ਤੁਸੀਂ ਤਾਂ ਮਰਿਆਦਾ ਪੁਰਸ਼ੋਤਮ ਹੋ, ਤੁਸੀਂ ਮੈਨੂੰ ਲੁੱਕ ਕੇ ਕਿਉਂ ਮਾਰਿਆ, ਸਾਹਮਣੇ ਕਿਉਂ ਨਹੀਂ ਆਇਆ? ਜੋ ਕਹਿੰਦੇ ਬਾਲੀ ਤੇਰਾ ਮਾਰਨਾ ਜ਼ਰੂਰੀ ਸੀ, ਇਸ ਲਈ ਮੈਨੂੰ ਲੁੱਕ ਕੇ ਮਾਰਨਾ ਪਿਆ। ਠੀਕ ਹੈ ਮੈਂ ਮਰਿਆਦਾ ਤੋੜੀ ਹੈ, ਪਰ ਤੇਰਾ ਮੇਰਾ ਹਿਸਾਬ ਹੋਏਗਾ, ਕਰਮ ਦਾ ਹਿਸਾਬ ਹੋਇਆ। ਉਹੀ ਰਾਮਚੰਦਰ ਕ੍ਰਿਸ਼ਨ ਮਹਾਰਾਜ ਬਣੇ, ਉਹੀ ਮਾਲੀ ਸ਼ਿਕਾਰੀ ਬਣਿਆ। ਸ਼ਿਕਾਰੀ ਨੇ ਕ੍ਰਿਸ਼ਨ ਭਗਵਾਨ ਦੇ ਵੱਖੀ ਤੀਰ ਮਾਰਿਆ, ਅਤੇ ਜਿਹੜਾ ਹੈ ਉਹ ਹਿਸਾਬ ਹੋ ਗਿਆ ਸਾਹਿਬ। ਸੋ ਇਹ ਕਰਮ ਨੇ, ਇਹ ਨਹੀਂ ਖੜਾ ਛੱਡਦੇ, ਇਸ ਲਈ ਕਰਮ ਧਿਆਨ ਨਾਲ ਕਰਨੇ ਚਾਹੀਦੇ। ਇਹ ਨਹੀਂ ਲੈ ਕਿਹੜਾ ਪੁੱਛਦਾ, ਆਮ ਸਾਡੀ ਆਦਤ ਲੈ ਕਿਹੜਾ ਪੁੱਛਦਾ। ਅਸੀਂ ਇਸ ਤਰ੍ਹਾਂ ਕਰਦੇ। ਆਹ ਜਿਹੜੇ ਜੇਲ੍ਹਾਂ 'ਚ ਬੈਠੇ ਨੇ ਇਹ ਵੀ ਸੋਚਦੇ ਹੋਣਗੇ ਲੈ ਕਿਹੜਾ ਪੁੱਛਦਾ। ਸਾਡੇ ਅੱਗੇ ਰਾਜੇ ਮਹਾਰਾਜੇ ਸਾਨੂੰ ਮੱਥੇ ਟੇਕਦੇ ਨੇ, ਵੱਡੇ ਵੱਡੇ ਪੁਲਿਸ ਅਫਸਰ ਸਾਡੇ ਪਾਣੀ ਭਰਦੇ ਨੇ, ਸਾਨੂੰ ਕਿੰਨੇ ਪੁੱਛਣੇ। ਇਸ ਖਿਆਲ ਦੇ ਵਿੱਚ ਸਾਨੂੰ ਕਿਸ ਨੇ ਪੁੱਛਣਾ ਹੈ। ਅੱਜ ਜੇਲ੍ਹਾਂ ਹੋ ਗਈਆਂ। ਜੇ ਉਹ ਸਮਝਦੇ ਕਿ ਨਹੀਂ ਜਿਹੜਾ ਮੈਂ ਕਰਮ ਕਰ ਰਿਹਾ ਮੈਂ ਹੀ ਭੋਗਣਾ ਹੈ, ਹੋਰ ਕਿਸੇ ਨੇ ਨਹੀਂ ਭੋਗਣਾ ਹੈ।
करी जो परी जो ऐ यू सो शैल यू रीप। जेहो जा बीजोगे ओहो जे वड्डोगे। बोए पेड़ बबूल के आम कहाँ ते खाए। किकर दे दरख्त बीज के तू अंब नहीं खा सकता। लोड़ है दाख बजौरियाँ किकर बीजा जट। हंडै उन कताइंदा पैदा लोड़ है पट। ਉਂਝ ਉੱਨ ਲਈ ਫਿਰਦਾ ਹੈ ਤੇ ਕਹਿੰਦਾ ਮੈਂ ਰੇਸ਼ਮ ਦੇ ਕੱਪੜੇ ਪਾਣੇ। ਬੀਜ ਕਿੱਕਰ ਰਿਹਾ ਕਹਿੰਦੇ ਮੈਨੂੰ ਦਾਖਾਂ ਚਾਹੀਦੀਆਂ ਹੋਰ ਕੁਛ ਵੀ ਲੋਕ ਜੋ ਕੁਛ ਕਰੇ ਉਹੀ ਜੈਸਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ। ਇਸ ਲਈ ਭਾਈ ਬੀਜ ਹੀ ਠੀਕ ਬੀਜੋ। ਗਲਤ ਬੀਜ ਬੀਜੇ ਫਿਰ ਆਪ ਹੀ ਭੋਗਣਾ ਹੈ। ਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮਤ ਦੇਣ। ਅਸੀਂ ਅੱਗੇ ਤੋਂ ਸ਼ੁਭ ਕਰਮ ਕਰੀਏ ਅਤੇ ਪ੍ਰੇਮਾ ਭਗਤੀ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।